ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 30 ਤੇ ਉੱਤੋਂ 7 ਪੰਕਤੀਆਂ ਛੱਡ ਕੇ ਰਹਾਓ। ਮਨਮੁਖ ਮਨ ਤਨ ਅੰਧ ਹੈ, ਤਿਸ ਨਉ ਠੌਰ ਨ ਠਾਉ। ਬਹੁ ਜੋਨੀ ਭੌਂਦਾ ਫਿਰੈ, ਜਿਉ ਸੁਈਐ ਘਰ ਕਾਉ। ਗੁਰਮਤੀ ਘਟ ਚਾਨਣਾ, ਸ਼ਬਦ ਮਿਲੈ ਹਰ ਨਾਉ। ਜਿਹੜਾ ਮਨਮੁਖ ਹੈ, ਉਹਦਾ ਮਨ ਵੀ ਉਹਦਾ ਤਨ ਵੀ ਅੰਨਾ ਹੈ। ਭਾਵ ਮਨ ਕਰਕੇ ਅਤੇ ਤਨ ਕਰਕੇ ਅਗਿਆਨੀਆਂ ਵਾਲੇ ਕਰਮ ਕਰਦਾ। ਅੰਨੇ ਦਾ ਭਾਵ ਹੈ ਅਗਿਆਨੀ। ਸੋ ਮਨਮੁਖ ਕਿਉਂਕਿ ਮਨ ਕਰਕੇ ਅਗਿਆਨੀ ਹੈ, ਇਸ ਲਈ ਜਿਹੜਾ ਤਨ ਹੈ ਉਹ ਵੀ ਅਗਿਆਨੀਆਂ ਵਾਲੇ ਕੰਮ ਕਰਦਾ ਹੈ। ਤਿਸ ਨੂੰ ਠੌਰ ਨਾ ਠਾਉ। ਠੌਰ ਹੁੰਦਾ ਟਿਕਾਣਾ। ਉਹਨੂੰ ਨਾ ਲੋਕ 'ਚ ਨਾ ਪਰਲੋਕ 'ਚ ਕੋਈ ਟਿਕਾਣੇ ਨਹੀਂ ਮਿਲਦਾ ਸਦਾ ਰਹਿਣ ਲਈ। ਉਹ ਜੂਨੀਆਂ 'ਚ ਭਟਕਦਾ ਰਹਿੰਦਾ, ਕਦੇ ਕਿਸੇ ਜੂਨੀ ਕਦੇ ਕਿਸੇ ਜੂਨੀ। ਬਹੁਤ ਜੋਨੀ ਭੌਂਦਾ ਫਿਰੇ, ਜਿਉਂ ਸੁਈਐ ਘਰ ਕਾਉ। ਸੁਈਆਂ ਦੇ ਪਾਸ ਸੁੰਨਾ ਜਿਹਨੂੰ ਆਪਾਂ ਕਹਿੰਦੇ ਹਾਂ, ਜਿਸ ਘਰ ਦੇ ਵਿੱਚ ਕੋਈ ਨਾ ਵਸਦਾ ਹੋਵੇ, ਉਸ ਘਰ 'ਚ ਜੇ ਕਾਂ ਆ ਜਾਏ ਤਾਂ ਉਹਨੂੰ ਤਾਂ ਉੱਥੇ ਖਾਣ ਨੂੰ ਕੁਛ ਮਿਲਣਾ ਹੀ ਨਹੀਂ, ਉਹ ਤਾਂ ਖਾਲੀ ਮੁੜ ਜਾਏਗਾ। ਇਸ ਤਰ੍ਹਾਂ ਇਹ ਮਨਮੁਖ ਹੈ, ਇਹ ਜੋਨੀਆਂ 'ਚ ਭੌਂਦਾ ਰਹਿੰਦਾ, ਕਦੇ ਕਿਸੇ ਜੂਨੀ ਕਦੇ ਕਿਸੇ ਜੂਨੀ 'ਚ, ਪਰ ਇਹਨੂੰ ਪ੍ਰਾਪਤੀ ਕੋਈ ਨਹੀਂ ਹੁੰਦੀ। ਜਿਵੇਂ ਕਾਂ ਨੂੰ ਸੁਈਏ ਘਰ ਦੀ ਕੋਈ ਪ੍ਰਾਪਤੀ ਨਹੀਂ ਹੁੰਦੀ। ਗੁਰਮਤੀ ਘਟ ਚਾਨਣਾ, ਸ਼ਬਦ ਮਿਲੈ ਹਰ ਨਾਉ। ਗੁਰੂ ਦੀ ਮੱਤ ਦੇ ਚੱਲ ਕੇ ਫਿਰ ਜਦੋਂ ਬੰਦਾ ਬਾਣੀ ਪੜ੍ਹਦਾ, ਸ਼ਬਦ ਬਾਣੀ ਰਾਹੀਂ ਫਿਰ ਉਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਉਹ ਫਿਰ ਨਾਮ ਜਿਹੜਾ ਹੈ ਘਟ ਚਾਨਣਾ, ਉਹਦੇ ਹਿਰਦੇ 'ਚ ਗਿਆਨ ਦਾ ਚਾਨਣ ਕਰ ਦਿੰਦਾ। ਕਿੱਡਾ ਹੀ ਬੰਦਾ ਅਗਿਆਨੀ ਕਿਉਂ ਨਾ ਹੋਵੇ, ਜੇ ਉਹ ਨਾਮ ਜਪੀ ਜਾਏ ਜਪੀ ਜਾਏ ਜਪੀ ਜਾਏ ਤਾਂ ਇੱਕ ਦਿਨ ਉਹ ਗਿਆਨਵਾਨ ਹੋ ਜਾਏਗਾ। ਕਿਉਂਕਿ ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ ਹੈ, ਅਤੇ ਪਰਮਾਤਮਾ ਦੇ ਨਾਮ ਵਿੱਚ ਪਰਮਾਤਮਾ ਵਾਲੇ ਸਾਰੇ ਗੁਣ ਨੇ। ਜਦੋਂ ਬੰਦਾ ਨਾਮ ਜਪੀ ਜਾਂਦਾ ਤਾਂ ਪਰਮਾਤਮਾ ਵਾਲੇ ਗੁਣ ਉਸ ਦੇ ਵਿੱਚ ਪੈਦਾ ਆਪਣੇ ਆਪ ਹੀ ਹੋ ਜਾਂਦੇ ਨੇ। ਇਸ ਲਈ ਗੁਣਵਾਨ ਹੋ ਜਾਂਦਾ ਹੈ, ਇਸ ਲਈ ਗੁਣਵਾਨ ਹੋ ਜਾਂਦਾ। ਉਹਦੇ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਹੈ ਕਿ ਉਹਨੇ ਗੁਰੂ ਦੀ ਮੱਤ 'ਤੇ ਚੱਲ ਕੇ ਉਹਨੂੰ ਨਾਮ ਦੀ ਪ੍ਰਾਪਤੀ ਹੋ ਗਈ। ਫਿਰ ਉਹਨੇ ਨਾਮ ਜਪਿਆ, ਫਿਰ ਉਹਦੇ ਅੰਦਰ ਗਿਆਨ ਦਾ ਚਾਨਣ ਹੋ ਗਿਆ। ਤ੍ਰੈ ਗੁਣ ਵਿਖਿਆ ਅੰਧ ਹੈ, ਮਾਇਆ ਮੋਹ ਗੁਬਾਰ। ਲੋਭੀ ਅਨ ਕੋ ਸੇਵ ਦੇ, ਲੋਭੀ ਅਨ ਕੋ ਸੇਵ ਦੇ। ਪੜ੍ਹ ਵੇਦਾਂ ਕਰੈ ਪੁਕਾਰ। ਵਿਖਿਆ ਅੰਦਰ ਪਚ ਮੁਏ, ਨਾ ਉਰਵਾਰ ਨਾ ਪਾਰ। ਜੇ ਮਾਇਆ, ਵਿਖਿਆ ਮੈਨੇ ਮਾਇਆ, ਮਾਇਆ ਦੇ 3 ਗੁਣ ਹੁੰਦੇ ਨੇ, ਰਜੋ ਤਮੋ ਸਤੋ। ਜਿਹੜਾ ਬੰਦਾ ਇਹਨਾਂ 3 ਗੁਣਾਂ ਦੇ ਵਿੱਚ ਵਿਚਰਦਾ ਹੈ ਉਹਨੂੰ ਅਗਿਆਨੀ ਕਿਹਾ ਜਾਂਦਾ। ਇਸ ਲਈ ਮਾਇਆ ਮੋਹ ਗੁਬਾਰ, ਗੁਬਾਰ ਹੁੰਦਾ ਘੁੱਪ ਹਨੇਰਾ। ਜਿਹੜਾ ਮਾਇਆ ਦਾ ਮੋਹ ਹੈ, ਐਂ ਸਮਝੋ ਤੁਹਾਡੇ ਅੰਦਰ ਘੁੱਪ ਹਨੇਰਾ। ਭਾਵ ਮਨੁੱਖ ਅਗਿਆਨੀ ਹੈ। ਅਗਿਆਨੀ ਬੰਦਾ ਰੱਬ ਵਾਲੇ ਪਾਸੇ ਨਹੀਂ ਜਾਂਦਾ, ਉਹ ਮਾਇਆ ਨੂੰ ਕਮਾਉਣ 'ਤੇ ਲੱਗਾ ਰਹਿੰਦਾ ਹੈ। ਜਿਹੜਾ ਲੋਭੀ ਹੈ, ਅਨ ਕੋ ਸੇਵ ਦੇ। ਪੜ੍ਹ ਵੇਦਾਂ ਕਰੇ ਪੁਕਾਰ। ਜਿਹੜਾ ਲੋਭੀ ਹੈ ਉਹ ਪਰਮਾਤਮਾ ਦੀ ਸੇਵਾ ਤਾਂ ਨਹੀਂ ਕਰਦਾ,
ਪਰਮਾਤਮਾ ਦਾ ਸਿਮਰਨ ਤੇ ਨਹੀਂ ਕਰਦਾ। ਹਾਂ, ਵੇਦਾਂ ਨੂੰ ਪੜ੍ਹ ਕੇ ਲੋਕਾਂ ਨੂੰ ਉੱਚੀ ਉੱਚੀ ਜ਼ਰੂਰ ਸੁਣਾਉਂਦਾ। ਕਿਉਂ? ਉਹ ਲੋਭੀ ਹੈ। ਉਹਨੂੰ ਹੁੰਦਾ ਮੈਂ ਪਾਠ ਸੁਣਾਵਾਂਗਾ ਲੋਕਾਂ ਨੂੰ, ਮੈਨੂੰ ਪੈਸੇ ਮਿਲਣਗੇ। ਜਿਵੇਂ ਪੇਡ ਪਾਠੀ ਹੁੰਦੇ ਨੇ, ਉਹ ਇਸ ਲਈ ਪਾਠ ਸੁਣਾ ਰਹੇ ਨੇ ਕਿ ਉਹਨਾਂ ਨੂੰ ਉਹਦੇ ਬਦਲੇ ਪੈਸੇ ਮਿਲਦੇ ਹਨ। ਇਸ ਕਰਕੇ ਜਿਹੜਾ ਲੋਭੀ ਹੈ ਉਹ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ, ਪਰਮਾਤਮਾ ਦੀ ਸੇਵਾ ਨਹੀਂ ਕਰਦਾ, ਸਗੋਂ ਲਾਲਚ ਦੀ ਖਾਤਰ ਦੂਜੇ ਲੋਕਾਂ ਦੀ ਸੇਵਾ ਕਰਦਾ ਹੈ ਅਤੇ ਵਿਖਾਵੇ ਦੇ ਤੌਰ 'ਤੇ ਵੇਦਾਂ ਨੂੰ ਪੜ੍ਹ ਕੇ ਦੂਸਰਿਆਂ ਨੂੰ ਸੁਣਾਉਂਦਾ ਹੈ। ਵਿਖਿਆ ਅੰਦਰ ਪਚ ਮੂਏ, ਨਾ ਉਰਵਾਰ ਨਾ ਪਾਰ। ਵਿਖਿਆ ਮਾਇਆ, ਪਚ ਹੁੰਦਾ ਖੁਆਰ ਹੋ ਕੇ। ਉਹ ਮਾਇਆ 'ਚ ਲੱਗੇ ਰਹਿੰਦੇ ਨੇ ਅਤੇ ਖੁਆਰ ਹੋ ਕੇ ਮਰ ਜਾਂਦੇ ਹਨ। ਨਾ ਉਰਵਾਰ ਨਾ ਪਾਰ, ਨਾ ਉਹਨਾਂ ਨੂੰ ਕੋਈ ਉਰਲਾ ਬੰਨਾ ਲੱਭਦਾ ਨਾ ਪਰਲਾ, ਵਿੱਚ ਵਿਚਾਲੇ ਰਹਿ ਜਾਂਦੇ। ਉਹ ਕਿਸੇ ਸਿਰੇ ਨਹੀਂ ਲੱਗਦੇ। ਇਸ ਕਰਕੇ ਉਹ ਵਾਰੀ ਵਾਰੀ ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ, ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ। ਅਤੇ ਜਿੱਥੇ ਜਨਮ ਅਤੇ ਮਰਨ ਉਸ ਵਿੱਚ ਦੁੱਖ ਵੀ ਜ਼ਰੂਰ ਹੈ। ਅੱਗੇ ਕਹਿੰਦੇ ਮਾਇਆ ਮੋਹ ਵਿਸਾਰਿਆ, ਜਗਤ ਪਿਤਾ ਪ੍ਰਤਿਪਾਲ। ਬਾਝੋਂ ਗੁਰੂ ਅਚੇਤ ਹੈ, ਸਭ ਬੱਧੀ ਜਮ ਕਾਲ। ਨਾਨਕ ਗੁਰਮਤਿ ਉਭਰੇ, ਸੱਚਾ ਨਾਮ ਸੰਭਾਲ। ਸੰਭਾਲ ਮੰਮੇ ਦੇ ਪੈਰ 'ਚ ਹਾਹਾ ਲਾ ਕੇ ਬੋਲਣਾ। ਮਾਇਆ ਦੇ ਮੋਹ ਕਾਰਨ ਮਨੁੱਖ ਜਗਤ ਦਾ ਪਿਤਾ ਜੋ ਪਰਮਾਤਮਾ ਹੈ, ਜੋ ਸਪ੍ਰਤਿਪਾਲ ਹੈ, ਜੋ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਦਾ ਹੈ, ਉਹਨੂੰ ਮਨੁੱਖ ਭੁਲਾਉਂਦਾ ਹੈ। ਕਿਉਂਕਿ ਮਾਇਆ ਦਾ ਮੋਹ ਹੀ ਐਸਾ ਹੈ, ਉਹ ਬੰਦਾ ਉਸੇ ਪਾਸੇ ਲੱਗਾ ਰਹਿੰਦਾ। ਜਿਉਂ ਜਿਉਂ ਮਾਇਆ ਵੱਧਦੀ ਹੈ, ਇਹ ਮੋਹ ਵੀ ਵੱਧਦਾ ਜਾਂਦਾ, ਘਟਦਾ ਨਹੀਂ ਹੈਗਾ। ਕਿਉਂਕਿ ਮਾਇਆ ਨਾਲ ਅੱਜ ਤੱਕ ਕਦੇ ਕਿਸੇ ਨੂੰ ਰੱਜ ਨਹੀਂ ਆਇਆ। ਇਸ ਲਈ ਮਾਇਆ ਦੇ ਮੋਹ 'ਚ ਫਸ ਕੇ ਬੰਦਾ ਉਹ ਪਰਮਾਤਮਾ ਜੋ ਜਗਤ ਪਿਤਾ ਹੈ, ਪ੍ਰਤਿਪਾਲ, ਅਤੇ ਜੋ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਦਾ, ਉਸ ਨੂੰ ਮਨੁੱਖ ਵਿਸਾਰ ਦਿੰਦਾ, ਭੁਲਾਉਂਦਾ ਹੈ। ਬਾਝੋਂ ਗੁਰੂ ਅਚੇਤ ਹੈ। ਇੱਕ ਹੁੰਦਾ ਸੁਚੇਤ, ਉਹਦਾ ਵਿਰੋਧੀ ਸ਼ਬਦ ਹੈ ਅਚੇਤ, ਅਗਿਆਨੀ। ਸਭ ਬੱਧੀ ਜਮ ਕਾਲ, ਗੁਰੂ ਤੋਂ ਬਿਨਾਂ ਮਨੁੱਖ ਅਚੇਤ ਹੈ। ਇਹ ਰੱਬ ਨੂੰ ਯਾਦ ਨਹੀਂ ਕਰਦਾ। ਗੁਰੂ ਵਾਲਾ ਹੋਵੇਗਾ, ਗੁਰੂ ਦੀ ਸੰਗਤ ਕਰੇਗਾ, ਫਿਰ ਉਹਨੂੰ ਗਿਆਨ ਹੋਵੇਗਾ। ਅੱਜ ਮਨੁੱਖ ਸਤ ਸੰਗਤ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ, ਨਾਮ ਨਹੀਂ ਜਪਦਾ, ਪੁੱਠੇ ਕੰਮਾਂ 'ਚ ਲੱਗਾ ਹੋਇਆ ਹੈ ਅਤੇ ਭਟਕ ਰਿਹਾ ਹੈ। ਭਟਕ ਰਿਹਾ। ਜਿਵੇਂ ਆਮ ਕਿਹਾ ਜਾਂਦਾ ਹੈ, ਭਾਰਤ ਗਰੀਬਾਂ ਦਾ ਦੇਸ਼ ਨਹੀਂ ਹੈ, ਭਾਰਤ ਮੂਰਖਾਂ ਦਾ ਦੇਸ਼ ਹੈ। ਪੰਜਾਬ 'ਚ ਗਰੀਬੀ ਕੋਈ ਨਹੀਂ, ਪਰ ਪੰਜਾਬ 'ਚ ਮੂਰਖ ਬਹੁਤ ਨੇ। ਮੂਰਖ ਨੂੰ ਜਿੰਨੇ ਤੁਸੀਂ ਮਰਜ਼ੀ ਪੈਸੇ ਦੇ ਦਿਓ, ਉਹਨੇ ਸਾਰੇ ਉਜਾੜ ਦੇਣੇ ਹੁੰਦੇ ਨੇ। ਕਿਉਂ? ਉਹਨੂੰ ਵਰਤੋਂ ਹੀ ਨਹੀਂ ਕਰਨੀ ਆਉਂਦੀ। ਮੂਰਖ ਨੂੰ ਚਾਕੂ ਦੇ ਦੇ, ਸ਼ਾਇਦ ਆਪਣੇ ਢਿੱਡ 'ਚ ਮਾਰੇ ਜਾਂ ਦੂਜੇ ਦੇ ਢਿੱਡ 'ਚ ਮਾਰੇਗਾ। ਦਿੱਤਾ ਸੀ ਵੀ ਸੇਬ ਕੱਟ ਕੇ ਖਾ ਲੈ। ਇਸ ਲਈ ਇਹ ਜਿਹੜੇ ਲੋਕ ਗਰੀਬ ਨੇ ਨਾ, ਇਹ ਆਪਣੀ ਮੂਰਖਤਾ ਕਾਰਨ ਨੇ, ਮੂਰਖ ਨੇ, ਇਸ ਕਰਕੇ ਗਰੀਬ ਨੇ। ਇਹ ਅਤੇ ਮੂਰਖਤਾ ਕਦੋਂ ਛੱਡਣਗੇ? ਜਦੋਂ ਗੁਰੂ ਦੀ ਸੰਗਤ ਕਰਨਗੇ। ਉਹ ਇਹਨਾਂ ਕਰਨੀ ਨਹੀਂ, ਇਹਨਾਂ ਦੇ ਇਹੀ ਰੰਡੀ ਰੋਣਾ ਜਾ ਰਹਿਣਾ। ਜਦੋਂ ਪੰਜਾਬ ਸਰਕਾਰ ਨੇ 1-1 ਲੱਖ ਰੁਪਇਆ ਜੱਟਾਂ ਦਾ ਕਰਜ਼ਾ ਮਾਫ ਕੀਤਾ, ਇੱਕ ਜੱਟ ਨੇ ਆਪਣੇ ਦੋਸਤਾਂ ਨੂੰ ਦਾਵਤ ਦਿੱਤੀ। ਕਹਿੰਦੇ ਵੀ ਕਾਹਦੀ?
ਕਹਿੰਦਾ ਸਰਕਾਰ ਨੇ ਲੱਖ ਮਾਫ ਕਰਤਾ, ਪੀਵਾਂ ਪੂਵਾਂਗੇ। ਦੱਸੋ ਵੀ ਤੁਹਾਡੇ ਸ਼ਰਾਬ ਪੀਣ ਲਈ ਨਾ ਮਾਫ ਕੀਤਾ ਹੈ? ਇਹਨੂੰ ਕਹਿੰਦੇ ਮੂਰਖ। ਇਹੋ ਜਿਹੇ ਦੇ ਜਿੰਨੇ ਵਾਰ ਭਾਵੇਂ ਤੁਸੀਂ ਕਰਜ਼ੇ ਮਾਫ ਕਰ ਦਿਓ, ਇਹਨਾਂ ਨੇ ਕਰਜ਼ਾਈ ਹੀ ਰਹਿਣਾ ਹੈ, ਇਹਨਾਂ ਕਰਜ਼ਾਈ ਹੀ ਰਹਿਣਾ। ਨਾ ਇਹਨਾਂ ਲੜਨੋਂ ਹਟਣਾ, ਨਾ ਇਹਨਾਂ ਸ਼ਰਾਬਾਂ ਪੀਣੋਂ ਹਟਣਾ। ਫਿਰ ਕੋਈ ਥਾਣੇ ਵਾਲਿਆਂ ਨੂੰ ਦੇ, ਵਕੀਲਾਂ ਨੂੰ ਦੇ, ਜੇਲ੍ਹਾਂ 'ਚ ਧੱਕੇ ਖਾਓ, ਬਸ ਆਹੀ ਕੰਮ ਕਰਨਾ। ਪੁੱਠੇ ਕੰਮ ਕਰੀ ਜਾਣੇ, ਜੇਲ੍ਹਾਂ ਭਰਤੀਆਂ ਲੋਕਾਂ ਨੂੰ। ਵੀ ਕਿੰਨਾ ਕੀਮਤੀ ਜੀਵਨ ਮਿਲਿਆ, ਮੁੜ ਮੁੜ ਕੇ ਮਨੁੱਖਾ ਜੀਵਨ ਥੋੜ੍ਹਾ ਹੀ ਮਿਲਣਾ। ਤੁਸੀਂ ਚੱਜ ਦੇ ਕੰਮ ਕਰੋ, ਭਜਨ ਬੰਦਗੀ ਕਰੋ, ਆਪ ਵੀ ਮੌਜ ਕਰੋ, ਦੂਜਿਆਂ ਨੂੰ ਵੀ ਮੌਜ ਕਰਨ ਦਿਓ। ਨਾ, ਆਪ ਵੀ ਦੁਖੀ ਹੋਣਾ, ਦੂਜੇ ਨੂੰ ਵੀ ਦੁਖੀ ਕਰਨਾ। ਇਸ ਲਈ ਮੂਰਖਾਂ ਦਾ ਦੇਸ਼ ਹੈ, ਗਰੀਬਾਂ ਦਾ ਨਹੀਂ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ, ਬਾਝੋ ਗੁਰੂ ਅਚੇਤ ਹੈ, ਗੁਰੂ ਤੋਂ ਬਿਨਾਂ ਸਾਰੇ ਅਗਿਆਨੀ ਹਨ। ਸਭ ਬੱਧੀ ਜਮਕਾਲ ਅਤੇ ਹਰ ਇੱਕ ਜਮਕਾਲ, ਮੌਤ ਦੇ ਜਮ ਨੇ ਬੰਨ ਰੱਖੇ ਇਹਨਾਂ ਨੂੰ, ਉਹਦੀ ਫਾਹੀ 'ਚ ਬੱਝੇ ਹੋਏ ਹਨ। ਇਹਨਾਂ ਨੂੰ ਜਮ ਲੈਣ ਆਉਣਗੇ। ਨਾਨਕ ਗੁਰਮਤਿ ਉਭਰੇ, ਸੱਚਾ ਨਾਮ ਸੰਭਾਲ। ਜਿਹੜੇ ਗੁਰੂ ਦੀ ਮੱਤ 'ਤੇ ਚੱਲਦੇ ਨੇ, ਉਹ ਪਰਮਾਤਮਾ ਦਾ ਨਾਮ ਯਾਦ ਕਰਦੇ ਨੇ, ਭਾਵ ਜਪਦੇ ਨੇ। ਜਿਹੜੇ ਗੁਰੂ ਦੀ ਮੱਤ 'ਤੇ ਚੱਲੇ, ਉਹ ਪਰਮਾਤਮਾ ਦਾ ਨਾਮ ਜਪ ਕੇ ਉਭਰੇ, ਉਹ ਇਸ ਮਾਇਆ ਦੇ ਮੋਹ 'ਚੋਂ ਬਚ ਗਏ। ਉਭਰੇ ਨਾ ਬਚ ਜਾਣ। ਉਹ ਇਸ ਮਾਇਆ ਦੇ ਮੋਹ 'ਚੋਂ, ਇਸ ਅਗਿਆਨਤਾ ਤੋਂ ਉਹ ਬਚ ਗਏ। ਕਿਉਂ? ਇੱਕ ਤਾਂ ਨਾ ਸਹੀ ਕਰਮ ਕੀਤੇ, ਇੱਕ ਉਹਨਾਂ ਨਾਮ ਜਪਿਆ, ਕਿ ਉਹ ਗੁਰੂ ਦੀ ਮੱਤ 'ਤੇ ਚੱਲੇ ਨੇ। ਆ ਗੁਰਬਾਣੀ ਸਿੱਖਾਂ ਲਈ ਲਿਖੀ ਗਈ ਹੈ ਨਾ, ਅਤੇ ਕਿੰਨੇ ਕੁ ਸਿੱਖ ਨੇ ਜਿਨ੍ਹਾਂ ਦਾ ਜੀਵਨ ਗੁਰਬਾਣੀ ਅਨੁਸਾਰ ਹੈ? ਰੋ ਤੋਂ ਕਿ 10% ਵੀ ਨਹੀਂ ਹੋਣਾ। ਇਸ ਕਰਕੇ ਦੁੱਖ ਹੀ ਦੁੱਖ, ਦੁੱਖ ਹੀ ਦੁੱਖ। ਜਿਉਂ ਜਿਉਂ ਮਨੁੱਖ ਇਸ ਗੁਰਬਾਣੀ ਤੋਂ ਦੂਰ ਹੁੰਦਾ ਜਾਏਗਾ, ਦੁਖੀ ਹੁੰਦਾ ਹੀ ਜਾਏਗਾ। ਬਾਹਰਲੇ ਸੰਸਾਰ 'ਚ ਕਿਉਂ ਇੱਦੋਂ ਵੀ ਦੁੱਖ ਨੇ, ਉਹ ਸਾਡੇ ਤੋਂ ਵੀ ਵੱਧ ਦੁਖੀ ਨੇ। ਕਿਉਂ? ਉਹਨਾਂ ਨੂੰ ਪਤਾ ਹੀ ਨਹੀਂ ਨਾਮ ਕੀ ਹੁੰਦਾ। ਉਹਨਾਂ ਨੂੰ ਗਿਆਨ ਹੀ ਨਹੀਂ ਨਾਮ ਕੀ ਹੁੰਦਾ। ਨਾਮ ਵੀ ਜਪਣਾ ਚਾਹੀਦਾ ਨਾ। ਉਹਦੇ ਤੋਂ ਉੱਥੇ ਤਨਖਾਹਾਂ ਥੋੜ੍ਹੀਆਂ ਮਿਲਦੀਆਂ ਨੇ, 12-12 ਘੰਟੇ ਕੰਮ ਕਰਨਾ ਪੈਂਦਾ ਹੈ। ਥੋੜ੍ਹੀਆਂ ਤਨਖਾਹਾਂ ਕਰ ਸਾਰਿਆਂ ਨੂੰ ਕੰਮ ਕਰਨਾ ਪੈਂਦਾ। ਇੱਥੇ ਵੀ ਜਦੋਂ ਪ੍ਰਾਈਵੇਟ ਹੋ ਗਿਆ ਨਾ, ਫਿਰ ਇੱਕ ਦੀ ਕਮਾਈ ਨਾਲ ਨਹੀਂ ਸਰਨਾ। ਹੁਣ ਤਾਂ ਸਰਕਾਰੀ ਨੌਕਰੀ ਨਾ, ਇੱਕ ਦੀ ਕਮਾਈ ਨਾਲ ਸਾਰੇ ਟੱਬਰ ਦਾ ਸਰੀ ਜਾਂਦਾ। ਹੋ ਲੈਣ ਦਿਓ ਪ੍ਰਾਈਵੇਟ, ਅੱਜ ਜਵਾਕਾਂ ਨੂੰ 6-6, 7-7 ਹਜ਼ਾਰ ਦੀ ਨੌਕਰੀ ਮਿਲਣੀ ਹੈ। ਉਹ ਸਿਆਣੇ ਕਹੇ ਗੰਜੀ ਕੀ ਨਹਾਏਗੀ ਅਤੇ ਕੀ ਨਿਚੋੜੇਗੀ। ਕੁਝ ਕੇ ਸਾਰੇ ਜੀਆਂ ਨੂੰ ਕੰਮ ਕਰਨਾ ਪੈਣਾ। ਅਸੀਂ ਬੜੇ ਫਖਰ ਨਾਲ ਕਹਿੰਦੇ ਬਾਹਰ ਸਾਰੇ ਲੋਕ ਕੰਮ ਕਰਦੇ, ਨਹੀਂ ਕਰਨਗੇ ਭੁੱਖੇ ਮਰ ਜਾਣਗੇ। ਇੱਕ ਬੰਦੇ ਦੀ ਕਮਾਈ ਨਾਲ ਉੱਥੇ ਗੁਜ਼ਾਰਾ ਹੀ ਨਹੀਂ ਹੁੰਦਾ ਹੈ। 12-12 ਘੰਟੇ ਕੰਮ ਕਰੀ ਜਾਓ ਜੀ, ਕਿਉਂਕਿ ਉੱਥੇ ਸਭ ਕੁਝ ਪ੍ਰਾਈਵੇਟ ਹੈ। ਇਸ ਕਰਕੇ ਪ੍ਰਾਈਵੇਟ ਦੇ ਵਿੱਚ ਹਮੇਸ਼ਾ ਹੀ ਲੁੱਟ ਹੁੰਦੀ ਹੈ। ਰੂਸ ਦੇ ਇੱਕ ਦੇਸ਼ ਅੱਡ ਹੋਇਆ ਹੈ, ਇਸ ਮੈਨੂੰ ਨਾਮ ਭੁੱਲ ਗਿਆ। ਉਹਨਾਂ 4-5 ਸਾਲ ਪਹਿਲਾਂ ਅਖਬਾਰਾਂ 'ਚ ਕਢਾਇਆ, ਉਹ ਇੱਥੇ ਬੜੀ ਜ਼ਮੀਨ ਸਸਤੀ ਹੈ, ਬੜੀ ਉਪਜਾਊ ਹੈ। ਅਸੀਂ ਹਾਂ ਜਾਰਜੀਆ, ਇੱਥੇ ਆ ਜਾਓ ਜੀ। ਆ ਸਾਡੇ 4-5 ਘਰ ਛੱਡੇ 116 ਨੰਬਰ ਹੈ, ਉੱਥੇ ਜਾ ਕੇ ਜ਼ਮੀਨ ਖਰੀਦ ਲਈ ਜੀ। ਸਸਤੀ ਸੀ, ਕਈ ਕਿੱਲੇ ਜ਼ਮੀਨ ਖਰੀਦ ਲਈ। ਬੜੀ ਮੱਕੀ ਹੋਈ ਜੀ, 2-2 ਫੁੱਟ ਲੰਮੀਆਂ ਛੱਲੀਆਂ ਉੱਥੇ ਲੱਗਦੀਆਂ। ਇਹ ਨਹੀਂ ਮੱਕੀ ਹੋਈ, ਪਰ ਉਹ ਸਰਕਾਰ ਨੇ ਨਾ ਖਰੀਦੀ। ਜਿਹੜੇ ਵਪਾਰੀ ਸਨ ਉਹਨਾਂ ਆਪਸ ਸਲਾਹ ਕਰ ਲਈ, ਆਪਾਂ ਇੱਦੋਂ ਵੱਧ ਖਰੀਦਣੀ ਨਹੀਂ। ਉਹ ਬਚੇ ਕੱਖ ਨਾ, ਉਹ ਜ਼ਮੀਨ ਹੀ ਛੱਡ ਕੇ ਆ ਗਏ। ਵਿਕਰੀ ਤੋਂ ਕੀ ਸੀ, ਮੁੜ ਕੇ ਉੱਥੇ ਹੀ ਜ਼ਮੀਨ ਛੱਡ ਕੇ ਵਾਪਸ ਆ ਗਏ। ਇਹ ਪ੍ਰਾਈਵੇਟ 'ਚ ਆ ਹੈ, ਜੱਟ ਐਵੇਂ ਨਹੀਂ ਰੌਲਾ ਪਾਉਂਦੇ।
ਆਮ ਲੋਕਾਂ ਨੂੰ ਗਿਆਨ ਨਹੀਂ ਹੈ। 5-10 ਹੀ ਅਮੀਰ ਵੱਡੇ ਹੁੰਦੇ ਨੇ, ਉਹਨਾਂ ਆਪਸ 'ਚ ਰਲ ਜਾਣਾ ਵੀ ਇਹ ਤੋਂ ਵੱਧ ਆਪਾਂ ਲੈਣੀ ਨਹੀਂ ਹੈਗੀ। ਸਰਕਾਰ ਕਹੇਗੀ ਨਹੀਂ, ਮੰਨ ਲਓ 1600 ਰੁਪਏ ਲੈਣਾ, ਉਹ ਲੈਣਗੇ ਹੀ ਨਹੀਂ। ਜੱਟ ਨੂੰ ਕਹਿਣਗੇ ਦੇਖ ਦਸਖਤ ਤੈਨੂੰ 1600 ਤੇ ਕਰਨੇ ਪੈਣਗੇ ਕੁਇੰਟਲ ਦਾ, ਪਰ ਦੇਵਾਂਗੇ ਤੈਨੂੰ 1000। ਮਨਜ਼ੂਰ ਹੈ, ਲੈ ਲੈਂਦੇ, ਨਹੀਂ ਰੱਖੀ ਰੱਖ। ਅਤੇ ਕਿਸਾਨ ਕਿੱਥੋਂ ਰੱਖੀ ਰੱਖੇਗਾ, ਕਿੱਥੋਂ ਰੱਖੀ ਰੱਖੇ ਨਹੀਂ। ਹਾਂ ਆਹ ਹੁਣ ਮੈਂ ਛੋਟੇ ਹੁੰਦੇ ਵੇਖ ਲਿਆ ਸਭ ਕੁਛ। ਅਜੇ ਅੱਜ ਵਾਲੇ ਨਹੀਂ ਇਹਨਾਂ ਪਤਾ, ਕਿਉਂਕਿ ਕਾਫੀ ਸਾਲਾਂ ਤੋਂ ਸਰਕਾਰ ਖਰੀਦ ਰਹੇ। ਛੋਟੇ ਹੁੰਦੇ ਮੈਂ ਦੇਖਿਆ ਬਾਣੀਆਂ ਆਪੇ ਸਲਾਹ ਕਰ ਦੇ ਬਦ ਲੈਣੀ ਨਹੀਂ, ਰੱਖ ਸਕਦਾ ਨਹੀਂ ਜੱਟ। ਇਹ ਜਿਉਂ ਪ੍ਰਾਈਵੇਟ ਹੋਣਾ ਤਿਉਂ ਗਰੀਬੀ ਆਈ ਜਾਣੀ ਹੈ। ਸਾਰਿਆਂ ਨੂੰ, ਬੱਚਿਆਂ ਨੂੰ, ਸਭ ਨੂੰ ਕੰਮ ਕਰਨਾ ਪੈਣਾ। ਬੈਠਿਆ ਬੂਠੇ ਨੂੰ ਕਿਸੇ ਨੂੰ ਰੋਟੀ ਨਹੀਂ ਮਿਲਣੀ। ਹੁਣ ਤਾਂ ਮੌਜ ਇੱਕ ਕਮਾਉਂਦਾ, 4 ਖਾਂਦੇ ਨੇ। ਸੋ ਗੁਰੂ ਮਹਾਰਾਜ ਕਹਿੰਦੇ ਸ਼੍ਰੀ ਰਾਗ ਮਹਿਲਾ ਤੀਜਾ, ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ। ਕਰ ਕਿਰਪਾ ਮੇਲਾਇਨ, ਹਰ ਨਾਮ ਵਸਿਆ ਮਨ ਆਏ। ਪੋਤੈ ਜਿਨ ਕੈ ਪੁੰਨ ਹੈ, ਤਿਨ ਸਤ ਸੰਗਤ ਮੇਲਾਏ। ਤ੍ਰੈ ਗੁਣ ਮਾਇਆ ਮੋਹ ਹੈ। ਇਹ ਜਿਹੜੀ ਤ੍ਰੈਗੁਣੀ ਮਾਇਆ ਨਾ, ਇਹ 'ਚ ਮੋਹ ਹੈ। ਜਿਹੜੇ ਮਨਮੁਖ ਨੇ ਉਹ ਇਸ ਮਾਇਆ ਦੇ ਮੋਹ 'ਚ ਫਸੇ ਰਹਿੰਦੇ ਨੇ। ਜਿਹੜਾ ਗੁਰਮੁਖ ਹੈ, ਚੌਥਾ ਪਦ, 3 ਪਦ ਜਿਹੜੇ ਨੇ ਮਾਇਆ ਦੇ ਨੇ, ਰਜੋ ਸਤੋ ਤਮੋ। ਚੌਥਾ ਪਦ ਗੁਰਮੁਖ ਦਾ ਹੈ, ਜਿਹਨੂੰ ਬ੍ਰਹਮ ਗਿਆਨ ਦਾ ਪਦ ਕਹਿੰਦੇ ਨੇ, ਉਹਨੂੰ ਚੌਥਾ ਪਦ ਕਹਿੰਦੇ। ਉਹਨੂੰ ਸਹਿਜ ਅਵਸਥਾ ਵੀ ਕਹਿੰਦੇ ਨੇ, ਉਹਨੂੰ ਹਿੰਦੀ ਵਾਲੇ ਉਨਮਨੀ ਅਵਸਥਾ ਵੀ ਕਹਿੰਦੇ ਨੇ, ਉਹਨੂੰ ਬ੍ਰਹਮ ਗਿਆਨ ਦੀ ਅਵਸਥਾ ਵੀ ਕਹਿੰਦੇ। ਗੁਰਮੁਖ ਨੂੰ ਚੌਥਾ ਪਦ ਪ੍ਰਾਪਤ ਹੁੰਦਾ, ਉਹ ਮਾਇਆ ਦੇ ਮੋਹ ਤੋਂ ਉੱਪਰ ਉੱਠ ਚੁੱਕਾ ਹੁੰਦਾ। ਮਾਇਆ ਦਾ ਨਹੀਂ ਕੋਈ ਤਿਆਗ ਕਰਦਾ, ਉਸ ਤੋਂ ਬਿਨਾਂ ਰੋਟੀ ਕਿਵੇਂ ਖਾਏਗਾ? ਕਿਉਂਕਿ ਮਾਇਆ ਤੋਂ ਬਿਨਾਂ ਤਾਂ ਮੁਫਤ ਅੱਜ ਕੱਲ੍ਹ ਕੁਛ ਮਿਲਦਾ ਹੀ ਨਹੀਂ ਹੈਗਾ। ਪਾਣੀ ਵੀ ਮੁੱਲ ਮਿਲਦਾ, 25-25 ਰੁਪਏ ਬੋਤਲ, 20-20 ਰੁਪਏ ਬੋਤਲ ਪਾਣੀ ਮਿਲਦਾ, ਉਹ ਵੀ ਪਾਣੀ ਮੁੱਲ ਮਿਲਦਾ। ਇੱਕ ਸਮਾਂ ਨਾ ਸਾਨੂੰ ਆਕਸੀਜਨ ਵੀ ਮੁੱਲ ਮਿਲਿਆ ਕਰਨੀ। ਹਰ ਰੋਜ਼ ਨਾ ਜਿਵੇਂ ਜਾਪਾਨ ਦੇ ਵਿੱਚ 1-1 ਲੀਟਰ ਆਕਸੀਜਨ ਦਾ ਸਿਲੰਡਰ ਪਿੱਠ ਪਿੱਛੇ ਬੰਨ੍ਹਿਆ ਹੁੰਦਾ। ਕਿੱਥੇ ਇੰਨੀ ਕਮੀ ਆਕਸੀਜਨ ਦੀ। ਇੰਨੀਆਂ ਕਾਰਾਂ ਨੇ ਕਿ ਤੁਸੀਂ ਸੜਕ 'ਤੇ ਉਂਝ ਤੁਰ ਹੀ ਨਹੀਂ ਸਕਦੇ। ਜਿੰਨਾ ਸੜਕ 'ਤੇ ਤੁਰਨਾ 1 ਲੀਟਰ ਦਾ ਆਕਸੀਜਨ ਦਾ ਸਿਲੰਡਰ ਪਿੱਠ ਪਿੱਛੇ ਵੱਜਾ ਹੁੰਦਾ ਅਤੇ ਨੱਕ ਨੂੰ ਲੱਗਾ ਹੁੰਦਾ, ਸਾਹ ਲਈ ਜਾਓ। ਸੋ ਉਹ ਹਵਾ ਜਿਹੜੀ ਸਾਨੂੰ ਮੁਫਤ ਮਿਲ ਰਹੀ ਹੈ, ਇਹ ਵੀ ਮੁੱਲ ਮਿਲਿਆ ਕਰਨੀ। ਸੋ ਮਾਇਆ ਦੇ ਮੋਹ 'ਚ ਮਨੁੱਖ ਫਸੇ ਹੋਏ ਨੇ। ਜਿਹੜਾ ਗੁਰਮੁਖ ਹੁੰਦਾ ਹੈ ਉਹਨੂੰ ਚੌਥਾ ਪਦ ਪ੍ਰਾਪਤ ਹੁੰਦਾ, ਉਹ ਮਾਇਆ ਦੇ ਮੋਹ ਤੋਂ ਉੱਪਰ ਹੋ ਜਾਂਦਾ। ਸਿੱਖ ਧਰਮ ਕਹਿੰਦਾ ਤੁਸੀਂ ਚੀਜ਼ਾਂ ਦਾ ਤਿਆਗ ਨਹੀਂ ਕਰਨਾ। ਸਿੱਖ ਧਰਮ ਨੇ ਲੋਕਾਂ ਨੂੰ, ਧਾਰਮਿਕ ਲੋਕਾਂ ਨੂੰ ਬਹੁਤ ਸੌਖਾ ਕਰਤਾ। ਅਜੇ ਵੀ ਬਹੁਤੇ ਲੋਕਾਂ ਨੂੰ ਸਿੱਖ ਧਰਮ ਦਾ ਗਿਆਨ ਨਹੀਂ ਹੋਇਆ, ਇਹ ਢੰਗ ਨਹੀਂ ਅਪਣਾਉਂਦੇ ਅਤੇ ਅਜੇ ਵੀ ਦੁਖੀ ਹੁੰਦੇ ਨੇ, ਅਜੇ ਵੀ ਫਿਰੀ ਜਾਂਦੇ ਨੇ, ਕੋਈ ਕਿਤੇ ਫਿਰੀ ਜਾਂਦਾ। ਗੁਰੂ ਮਹਾਰਾਜ ਤਾਂ ਆਪਣਾ ਸੌਖਾ ਹੀ ਬਹੁਤ ਕਰ ਦਿੱਤਾ ਹੈ ਕਿ ਤੁਸੀਂ ਪਰਿਵਾਰ 'ਚ ਰਹੋ, ਘਰ-ਬਾਰ ਮਤ ਛੱਡੋ, ਖਾਣਾ ਪੀਣਾ ਨਹੀਂ ਛੱਡਣਾ, ਪਹਿਨਣਾ ਨਹੀਂ ਛੱਡਣਾ, ਔਖੇ ਨਹੀਂ ਹੋਣਾ, ਗਰਮੀ ਸਰਦੀ ਮਰਨਾ ਨਹੀਂ ਹੈਗਾ। ਸਹਿਜ ਸੁਭਾਅ ਜਿਹੜਾ ਆਪਣਾ ਕਰਮ ਕਰਦੇ ਰਹਿਣਾ ਹੈਗਾ ਅਤੇ ਨਾਮ ਜਪਦੇ ਰਹਿਣਾ। ਸੋ ਗੱਲ ਤਾਂ ਮੋਹ ਤਿਆਗਣ ਦੀ ਹੈ, ਚੀਜ਼ਾਂ ਤਿਆਗਣ ਦੀ ਨਹੀਂ ਹੈ। ਸੋ ਗੁਰਮੁਖ ਜਿਹੜਾ ਮਾਇਆ ਦਾ ਮੋਹ ਛੱਡ ਦਿੰਦਾ, ਇਸ ਲਈ ਚੌਥੀ ਪਦਵੀ 'ਤੇ ਪਹੁੰਚ ਜਾਂਦਾ ਹੈ। ਕਰ ਕਿਰਪਾ ਮੇਲਾਇਨ,
ਹਰ ਨਾਮ ਵਸਿਆ ਮਨ ਆਏ। ਕਿਉਂਕਿ ਜਿਹੜੇ ਗੁਰਮੁਖ ਨੇ ਉਹਨਾਂ ਦੇ ਮਨ 'ਚ ਨਾਮ ਵਸ ਜਾਂਦਾ ਹੈ, ਫਿਰ ਪਰਮਾਤਮਾ ਕਿਰਪਾ ਕਰਕੇ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪੋਤਾ ਉਹ ਤਾਂ ਖਜ਼ਾਨੇ ਨੂੰ ਕਹਿੰਦੇ ਨੇ, ਇੱਥੇ ਭਾਵੇਂ ਕਿਸਮਤ। ਇਹ ਕੋਈ ਪੋਤਰਾ ਨਹੀਂ ਸਮਝ ਲੈਣਾ। ਪੋਤਾ ਦਾ ਮਤਲਬ ਖਜ਼ਾਨੇ ਵਿੱਚ। ਪੋਤਾ ਜਿਨ ਕੈ ਪੁੰਨ ਹੈ। ਜਿਨ੍ਹਾਂ ਦੀ ਕਿਸਮਤ 'ਚ ਕੋਈ ਪੁੰਨ ਕਰਮ ਲਿਖਿਆ ਹੁੰਦਾ ਨਾ, ਤਿੰਨ ਸਤ ਸੰਗਤ ਮਿਲਾਏ, ਪਰਮਾਤਮਾ ਉਹਨਾਂ ਨੂੰ ਸਤ ਸੰਗਤ 'ਚ ਭੇਜਦਾ। ਅਸੀਂ ਪਿਛਲੇ ਜਨਮ 'ਚ ਕੋਈ ਪੁੰਨ ਕਰਮ ਕੀਤਾ, ਉਹ ਸਾਡੀ ਕਿਸਮਤ 'ਚ ਲਿਖਿਆ ਗਿਆ। ਉਹ ਕਰਮ ਦੀ ਜਦੋਂ ਵਾਰੀ ਆਈ, ਪਰਮਾਤਮਾ ਨੇ ਸਾਨੂੰ ਸਤ ਸੰਗਤ 'ਚ ਭੇਜਤਾ, ਸਾਡੀ ਕੁਸੰਗਤ ਹੀ ਛੁਡਾ ਦਿੱਤੀ। ਕੁਸੰਗਤ ਤੋਂ ਰਹਿਤ ਹੋ ਜਾਣਾ ਹੀ ਅਸੀਂ ਅਸਲੀ ਸੁਖੀ ਜੀਵਨ ਹੈ। ਕੁਸੰਗਤ ਬਹਿ ਸਦਾ ਦੁੱਖ ਪਾਵੇਂ, ਗੁਰਬਾਣੀ ਕਹਿੰਦੀ। ਜਿਹੜੇ ਕੁਸੰਗ 'ਚ ਬਹਿੰਦੇ ਨੇ ਤਾਂ ਸਦੇ ਦੁੱਖ ਪਾਉਂਦੇ ਨੇ। ਇਸ ਲਈ ਜਿਹਦੇ ਭਾਗਾਂ 'ਚ ਕੋਈ ਪੁੰਨ ਕਰਮ ਲਿਖਿਆ ਹੁੰਦਾ, ਦੇਖੋ ਹਰ ਕਰਮ ਦਾ ਫਲ ਦੇਣਾ ਪਰਮਾਤਮਾ ਨੇ, ਪਾਪ ਦਾ ਵੀ ਪੁੰਨ ਦਾ ਵੀ। ਜਦੋਂ ਫਿਰ ਉਸ ਪੁੰਨ ਕਰਮ ਦੀ ਵਾਰੀ ਆਉਂਦੀ ਨਾ, ਫਿਰ ਪਰਮਾਤਮਾ ਨੂੰ ਸਤ ਸੰਗਤ 'ਚ ਭੇਜਦਾ। ਚੱਲ ਬਈ ਹੁਣ ਤੂੰ ਸਤਸੰਗ ਕਰ, ਤੂੰ ਫਿਰ ਸ਼ੁਭ ਕਰਮ ਕਰੇਗਾ, ਨਾਮ ਜਪੇਗਾ, ਇੱਕ ਦਿਨ ਤੂੰ ਮੇਰੇ ਨਾਲ ਆ ਕੇ ਮਿਲ ਜਾਏਗਾ। ਪੋਤਾ ਜਿਨ ਕੈ ਪੁੰਨ ਹੈ। ਜਿਨ੍ਹਾਂ ਦੀ ਕਿਸਮਤ 'ਚ ਪੁੰਨ ਕਰਮ ਲਿਖਿਆ ਹੁੰਦਾ ਨਾ, ਤਿੰਨ ਸਤ ਸੰਗਤ ਮਿਲਾਏ, ਉਹਨਾਂ ਨੂੰ ਪਰਮਾਤਮਾ ਸਤ ਸੰਗਤ 'ਚ ਮਿਲਾਉਂਦਾ ਹੈ। ਭਾਈ ਰੇ ਗੁਰਮਤਿ ਸਾਚ ਰਹਾਓ। ਸਾਚੋ ਸਾਚ ਕਮਾਵਣਾ, ਸਾਚੈ ਸ਼ਬਦ ਮਿਲਾਓ ਰਹਾਓ। ਭਾਈ ਰੇ ਦੂਜੇ ਨੂੰ ਕਿਹਾ, ਆਪਣੇ ਆਪ ਨੂੰ ਨਹੀਂ ਕਿਹਾ। ਇਸ ਲਈ ਇਹਨੂੰ ਰਹਾਓ ਨੂੰ ਰਹਾਉ ਨਹੀਂ ਪੜ੍ਹ ਦੇਣਾ, ਕਿਉਂਕਿ ਭਾਈ ਨੂੰ ਕਿਹਾ, ਆਪਣੇ ਆਪ ਨੂੰ ਨਹੀਂ ਕਿਹਾ। ਭਾਈ ਰੇ ਗੁਰਮਤਿ ਸਾਚ ਰਹਾਓ। ਹੇ ਭਾਈ, ਗੁਰੂ ਦੀ ਮੱਤ 'ਤੇ ਚੱਲ ਕੇ ਪਰਮਾਤਮਾ ਨਾਲ ਰਹੋ, ਸੱਚ ਵਿੱਚ ਰਹੋ, ਪਰਮਾਤਮਾ ਨਾਲ ਰਹੋ, ਪਰਮਾਤਮਾ ਦਾ ਨਾਮ ਜਪੋ। ਸਾਚੋ ਸਾਚ ਕਮਾਵਣਾ, ਸਾਚੈ ਸ਼ਬਦ ਮਿਲਾਓ। ਫਿਰ ਮਨੁੱਖ ਸੱਚ ਦੀ ਕਮਾਈ ਕਰਦਾ, ਨਾਮ ਦੀ ਕਮਾਈ ਕਰਦਾ ਹੈ। ਫਿਰ ਇਸ ਪਰਮਾਤਮਾ ਦੇ ਸ਼ਬਦ ਰਾਹੀਂ ਪਰਮਾਤਮਾ ਨਾਲ ਮੇਲ ਹੋ ਜਾਂਦਾ। ਮਿਲਾਓ, ਉਹਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ। ਪਰਮਾਤਮਾ ਦੇ ਨਾਮ ਰਾਹੀਂ, ਬਾਣੀ ਰਾਹੀਂ ਹੀ ਪਰਮਾਤਮਾ ਨਾਲ ਮੇਲ ਹੁੰਦਾ ਹੈ। ਕਿਉਂਕਿ ਪਰਮਾਤਮਾ ਨਾਲ ਮਿਲਾਪ ਗੁਰੂ ਕਰਾਉਂਦਾ, ਅਤੇ ਸਾਡਾ ਗੁਰੂ ਕੌਣ ਹੈ? ਬਾਣੀ। ਇਸ ਲਈ ਬਾਣੀ ਨੇ ਸਾਡਾ ਪਰਮਾਤਮਾ ਨਾਲ ਮੇਲ ਕਰਾ ਦੇਣਾ ਹੈ। ਰਹਾਓ ਜਿਨੀ ਨਾਮ ਪਛਾਣਿਆ, ਤਿੰਨ ਵਿਟੋਂ ਬਲ ਜਾਊਂ। ਇਹ ਹੁਣ ਆਪਣੇ ਵੱਲੋਂ। ਆਪ ਛੋੜ ਚਰਨੀ ਲੱਗਾਂ, ਚੱਲਾਂ ਤਿੰਨ ਕੈ ਭਾਏ। ਲਾਹਾ ਹਰ ਹਰ ਨਾਮ ਮਿਲੈ, ਸਹਿਜੇ ਨਾਮ ਸਮਾਏ। ਜਿਨੇ ਨਾਮ ਪਛਾਣਿਆ, ਜਿਨ੍ਹਾਂ ਨੂੰ ਨਾਮ ਦੀ ਪਹਿਚਾਣ ਆ ਗਈ, ਨਾਮ ਦੀ ਮਹਿਮਾ ਪਤਾ ਲੱਗ ਗਈ, ਤਿੰਨ ਵਿਟੋਂ ਬਲ ਜਾਊਂ। ਵਿਟੋ ਹੁੰਦਾ ਤੂੰ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਵੀ ਇਹਨੂੰ ਨਾਮ ਦੀ ਮਹਿਮਾ ਦਾ ਪਤਾ ਲੱਗ ਗਿਆ। ਜਿੰਨਾ ਚਿਰ ਕਿਸੇ ਚੀਜ਼ ਦੀ ਮਹਿਮਾ ਦਾ ਨਹੀਂ ਪਤਾ ਲੱਗਦਾ, ਮਨੁੱਖ ਉਹ ਕਰਮ ਨਹੀਂ ਕਰਦਾ। ਜੇ ਬੱਚੇ ਨੂੰ ਵਿਦਿਆ ਦੀ ਮਹਿਮਾ ਦਾ ਹੀ ਨਹੀਂ ਪਤਾ, ਉਹ ਕਦੇ ਪੜ੍ਹੇਗਾ ਨਹੀਂ, ਉਹ ਕਦੇ ਨਹੀਂ ਪੜ੍ਹੇਗਾ। ਜਦੋਂ ਉਹਨੂੰ ਪਤਾ ਲੱਗਿਆ ਸੰਸਾਰ 'ਚ ਉਹਨਾਂ ਦੇਸ਼ਾਂ ਨੇ ਤਰੱਕੀ ਕੀਤੀ ਜਿਸ ਦੇਸ਼ ਦੇ ਲੋਕ ਬਹੁਤੇ ਪੜ੍ਹੇ ਲਿਖੇ ਸਨ, ਅਤੇ ਉਹਨਾਂ ਪਰਿਵਾਰਾਂ ਨੇ ਤਰੱਕੀ ਕੀਤੀ ਜਿਹੜੇ ਪਰਿਵਾਰ ਪੜ੍ਹੇ ਹੋਏ ਸਨ। ਜਿਹੜੇ ਪਰਿਵਾਰ ਅਨਪੜ੍ਹ ਨੇ ਹੁਣ ਵੀ ਉਹ ਬੈਕਵਰਡ ਨੇ। ਕਿਉਂ ਜਿਨ੍ਹਾਂ ਪਰਿਵਾਰਾਂ 'ਚ ਜਿਹੜਾ ਕੋਈ ਪੜ੍ਹ ਗਿਆ ਚੱਜ ਨਾਲ, ਉਹ ਨੌਕਰੀ 'ਤੇ ਲੱਗ ਗਿਆ।
ਆਪੇ ਹੀ ਹਾਲਤ ਬਦਲ ਗਈ ਉਸਦੀ। ਸੋ ਤਰੱਕੀ ਤਾਂ ਵਿੱਦਿਆ ਨੇ ਦੇਣੀ ਹੈ। ਯੂਰਪ ਵਾਲੇ ਕਿਉਂ ਸਾਡੇ ਤੋਂ ਅੱਗੇ ਨੇ? ਉਹ ਸਾਡੇ ਤੋਂ ਵਿੱਦਿਆ 'ਚ ਅੱਗੇ ਨੇ। ਉਹ ਪੜ੍ਹੇ ਲਿਖੇ ਲੋਕ ਨੇ। ਪੜ੍ਹੇ ਲਿਖੇ ਹੋਣ ਕਰਕੇ ਕੁਝ ਹਜ਼ਾਰ ਅੰਗਰੇਜ਼ ਸਾਡੇ ਦੇਸ਼ 'ਤੇ ਕਿੰਨਾ ਸਮਾਂ ਰਾਜ ਕਰ ਗਏ ਦੱਸੋ। ਜੇ ਤਾਂ ਹੁੰਦਾ ਜੀ ਸਾਡੀ ਆਬਾਦੀ ਤੋਂ ਅੰਗਰੇਜ਼ ਵੱਧ ਸਨ ਜੀ, ਉਹ ਤਾਂ ਰਾਜ ਕਰ ਗਏ। ਉਹ ਤਾਂ ਥੋੜ੍ਹੇ ਜਿਹੇ ਸਨ, ਪਰ ਪੜ੍ਹਾਈ ਹੋਣ ਕਰਕੇ ਉਹ ਸਾਡੇ ਤੋਂ ਵੱਧ ਸਿਆਣੇ ਸਨ। ਅਤੇ ਸਿਆਣੇ ਨੇ ਮੂਰਖ 'ਤੇ ਰਾਜ ਕਰਨਾ ਹੀ ਕਰਨਾ ਹੁੰਦਾ। ਜੇ ਅਸੀਂ ਸਿਆਣੇ ਹੋਈਏ, ਇਹ 500 'ਚ ਇੱਕ ਬੋਤਲ ਦੇ ਵਿੱਚ ਆਪਣੀ ਵੋਟ ਕਿਉਂ ਵੇਚੀਏ? ਸਾਰੀਆਂ ਪਾਰਟੀਆਂ ਨੂੰ ਪਤਾ ਹੈ ਕਿ ਲੋਕ ਵਿਕਾਊ ਨੇ ਭਾਰਤ ਦੇ। ਕੋਈ 500 ਕਿਸੇ ਦੀ ਕੀਮਤ ਹੈ, ਕਿਸੇ ਦੀ ਬੋਤਲ ਕੀਮਤ ਹੈ, ਕਿਸੇ ਦੀ ਵੱਧ ਤੋਂ 1000 ਕੀਮਤ ਹੋਵੇਗੀ ਹੈ, ਕਿਸੇ ਦੀ ਸੂਟ ਕੀਮਤ ਹੈ। ਉਹ ਫਿਰ ਇਸੇ ਕਰਕੇ ਇਲੈਕਸ਼ਨਾਂ ਮਹਿੰਗੀਆਂ ਹੋ ਗਈਆਂ ਨੇ, ਕਿਉਂਕਿ ਜਦੋਂ ਬੰਦਾ ਵਿਕਾਊ ਹੈ ਤਾਂ ਪੈਸੇ ਦੇ ਕੇ ਉਹਦੀ ਵੋਟ ਖਰੀਦਣੀ ਹੋਵੇਗੀ। ਹੁਣ ਪੈਸੇ ਲਈ ਸਰਕਾਰਾਂ ਨੂੰ ਅਮੀਰ ਲੋਕਾਂ ਦੀ ਲੋੜ ਹੈ, ਉਹੀ ਪੈਸੇ ਦੇਣਗੇ ਨਾ। ਮੰਨ ਲਓ MLA ਖੜ੍ਹਾ ਇੱਥੋਂ ਕੋਈ ਆਪਣੇ ਇਲਾਕੇ 'ਚੋਂ, ਮੈਂ ਚੁੱਪ ਕਰਕੇ 10 ਲੱਖ ਉਹਨੂੰ ਦੇ ਆਉਣਾ ਜੀ, ਪਰ ਮੈਨੂੰ ਹੀ ਅਟੈਂਡ ਕਰੇਗਾ ਨਾ ਜਿੱਤਣ ਤੋਂ ਬਾਅਦ? ਤੁਹਾਨੂੰ ਨਹੀਂ ਕਰੇਗਾ। ਘਰ ਹੀ ਟੈਲੀਫੋਨ ਕਰੀ ਜਾ, ਮੇਰੇ ਕੰਮ ਹੋਈ ਜਾਣਗੇ। ਹਾਲਾ ਕਹਿੰਦਾ ਠੀਕ ਹੈ ਵੀ ਇਹਨੇ ਮੈਨੂੰ ਜਿਤਾਉਣ ਦੀ ਮਾਇਆ ਦਿੱਤੀ ਹੈ, 10 ਲੱਖ ਲਾ ਕੇ ਕਿੰਨੀਆਂ ਹੀ ਵੋਟਾਂ ਖਰੀਦ ਲੈਣੀਆਂ ਨੇ। ਕਿਉਂਕਿ ਅਸੀਂ ਅਨਪੜ੍ਹ ਹਾਂ, ਅਸੀਂ ਅਗਿਆਨੀ ਹਾਂ। 500 ਪਿੱਛੇ ਆਪਣੀ ਵੋਟ ਵੇਚ ਦਿੰਦੇ ਹਾਂ, ਸਰਕਾਰ ਸਾਡਾ ਕੋਈ ਕੰਮ ਨਹੀਂ ਕਰਦੀ। ਔਰ ਜੋ ਦਫਾ ਹੋ, ਤੁਸੀਂ ਕਿਹੜਾ ਸਾਨੂੰ ਮੁਫਤ ਵੋਟ ਪਾਈ ਹੈ? ਤੁਹਾਡੀ ਸੜਕਾਂ ਟੁੱਟੀਆਂ, ਰੋਡ ਟੁੱਟੀਆਂ। ਕਿ ਜਿੰਨੇ ਕਰੋੜ ਨਾ ਖਰਚੋ ਤਾਂ ਦੂਣੇ ਕਰੋੜਾਂ ਨੇ ਕਮਾਣੇ ਨੇ, ਅਗਲੀ ਵਾਰ ਇਲੈਕਸ਼ਨ 'ਚ ਕਰਨਾ। ਬਸ ਆਹੀ ਚੱਲਦਾ, ਆਹੀ ਚੱਲਦਾ। ਇਸ ਲਈ ਇਹ ਹਿੰਦੁਸਤਾਨ ਦਾ ਇਹੀ ਹਾਲ ਰਹਿਣਾ। ਅਗਲਿਆਂ ਨੇ ਸਰਕਾਰ ਮਾਇਆ ਨਾਲ ਹੀ ਖਰੀਦੀ ਹੈ ਨਾ। ਹੁਣ ਸਾਰੀ ਦੁਨੀਆ ਨੂੰ ਪਤਾ ਹੈ ਕਿ ਕੇਂਦਰੀ ਸਰਕਾਰ ਨੂੰ 2-3 ਬੰਦਿਆਂ ਨੇ ਖਰੀਦ ਲਿਆ। ਅਰਬਾਂ ਖਰਬਾਂ ਵੀ ਪਰਵਾਹ ਨਾ ਕਰ, ਜਿੰਨੀ ਮਾਇਆ ਚਾਹਦੀ ਇਲੈਕਸ਼ਨਾਂ 'ਚ ਲੈ ਲਈ, ਖਰੀਦ ਲੈ MLA, ਖਰੀਦ ਲੈ MP। ਦੇਖੋ ਮੱਧ ਪ੍ਰਦੇਸ਼ 'ਚ MLA ਖਰੀਦ ਲਏ, ਚਲ ਸਰਕਾਰ ਹੀ ਦੂਜੀ ਬਣ ਗਈ, ਨਿਬੜਿਆ ਕੰਮ। ਮਾਇਆ 'ਚ ਇੰਨੀ ਤਾਕਤ ਹੈ। 78 ਸਾਲਾਂ ਦੇ ਬਾਅਦ ਮੈਨੂੰ ਪਤਾ ਲੱਗਾ ਮਾਇਆ 'ਚ ਇੰਨੀ ਤਾਕਤ ਹੈ ਵੀ ਸਰਕਾਰ ਹੀ ਖਰੀਦ ਲਓ, ਨਿਬੜਿਆ ਕੰਮ। ਸਰਕਾਰ ਖਰੀਦ ਲਈ, ਦੇਸ਼ ਖਰੀਦ ਲਿਆ। ਪਾਈ ਜੋ ਰੌਲਾ ਉੱਥੇ ਬਾਰਡਰਾਂ 'ਤੇ ਬੈਠੇ, ਉਹ ਤਾਂ ਗੁਲਾਮ ਨੇ। ਹੁਣ ਗੁਲਾਮ ਜਿਹੜਾ ਹੈ ਆਵਾਜ਼ ਨਹੀਂ ਉਠਾ ਸਕਦਾ, ਉਹ ਤੋਂ ਢਿਬਰੀ ਟਾਈਟ ਕਰ ਦਿੰਦੇ ਨੇ। ਇੰਨੇ ਅਰਬ ਲਏ ਨੇ, ਤਾਹੀਂ ਵਾਲੇ ਕਹਤੇ ਬਸ ਇੰਨੇ ਮਿਲੂ, ਲੈਣੇ ਲੈ ਲਓ, ਨਹੀਂ ਬੈਠੇ ਰਹੋ। ਸੋ ਇਸ ਲਈ ਅਸੀਂ ਵਿਕਾਊ ਮਾਲ ਹਾਂ, ਅਤੇ ਫਿਰ ਜੇ ਵਿਕਾਊ ਹਾਂ ਤਾਂ ਕੀਮਤ ਦੇ ਕੇ ਖਰੀਦਿਆ ਜਾ ਸਕਦਾ ਬੰਦਾ। ਸੋ ਗੁਰੂ ਮਹਾਰਾਜ ਕਹਿੰਦੇ ਜਿਨੀ ਨਾਮ ਪਛਾਣਿਆ ਤਿੰਨ ਵਿਟੋਂ ਬਲ ਜਾਉ। ਜਿਨ੍ਹਾਂ ਨੂੰ ਨਾਮ ਦਾ ਪਤਾ ਲੱਗ ਗਿਆ ਹੈ ਨਾ ਵੀ ਨਾਮ ਦੀ ਕੀ ਮਹਿਮਾ, ਕੀ ਮਹਾਨਤਾ ਹੈ, ਮੈਂ ਉਹਨੇ ਤਾਂ ਬਲਿਹਾਰ ਜਾਂਦਾ। ਆਪ ਛੋੜ ਚਰਨੀ ਲੱਗਾਂ ਚੱਲਾਂ ਤਿੰਨ ਕਹਿ ਪਾਏ। ਮੈਂ ਆਪਣੇ ਅੰਦਰੋਂ ਆਪਾ ਭਾਵ ਛੱਡ ਕੇ ਉਹਨਾਂ ਦੀ ਚਰਨੀ ਲੱਗਦਾ ਹਾਂ। ਚੱਲਾਂ ਤਿੰਨ ਕਹਿ ਭਾਏ, ਭਾਏ ਮੈਨੇ ਮਰਜ਼ੀ, ਅਤੇ ਮੈਂ ਉਹਨਾਂ ਦੀ ਮਰਜ਼ੀ ਅਨੁਸਾਰ ਚੱਲਾਂਗਾ। ਜਿਵੇਂ ਉਹ ਕਹਿਣਗੇ ਉਵੇਂ ਕਰਾਂਗਾ। ਲਾਹਾ ਹਰ ਹਰ ਨਾਮ ਮਿਲੈ, ਸਹਿਜੇ ਨਾਮ ਸਮਾਏ। ਫਿਰ ਹਰੀ ਦੇ ਨਾਮ ਦਾ ਲਾਹਾ ਮਿਲਦਾ ਹੈ। ਫਿਰ ਸਹਿਜੇ ਹੀ ਮਨੁੱਖ ਇਸ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ। ਨਾਮ 'ਚ ਲੀਨ ਹੋ ਗਿਆ ਕਿ ਪਰਮਾਤਮਾ 'ਚ ਲੀਨ ਹੋ ਗਿਆ, ਇੱਕੋ ਹੀ ਗੱਲ ਹੁੰਦੀ। ਬਿਨ ਗੁਰ ਮਹਿਲ ਨਾ ਪਾਈਐ,
ਨਾਮ ਨਾ ਪ੍ਰਾਪਤ ਹੋਏ, ਐਸਾ ਸਤਿਗੁਰ ਲੋੜ ਲਹੋ। ਜਿੱਦੂ ਖਿਆਲ ਰੱਖਣਾ ਪੜ੍ਹਨ ਵੇਲੇ, ਇਹਨੂੰ ਜਿੰਦੂ ਨਹੀਂ ਪੜ੍ਹ ਦੇਣਾ, ਦੱਦੇ 'ਤੇ ਟਿੱਪੀ ਲਾਉਣੀ ਹੈ। ਜਿੱਦੂ, ਜਿਸ ਤੋਂ, ਦੂੰ ਹੁੰਦਾ ਤੂੰ, ਇੱਕ ਦੂੰ ਜੀਬੋ ਲੱਖ ਹੋਹੇ, ਇੱਕ ਜੀਬ ਤੂੰ ਲੱਖਾਂ ਜੀਬਾਂ ਹੋ ਜਾਣ। ਜਿੱਦੂ ਦੱਦੇ 'ਤੇ ਟਿੱਪੀ, ਜਿਸ ਤੋਂ, ਐਸਾ ਸਤਿਗੁਰ ਲੋੜ ਲਹੋ। ਜਿੱਦੂ ਪਾਈਐ ਸਚ ਸੋਏ, ਅਸੁਰ ਸੰਘਾਰੈ ਸੁਖ ਵਸੈ, ਜੋ ਤਿਸ ਭਾਵੈ ਸੋ ਹੋਏ। ਬਿਨ ਗੁਰ ਮਹਿਲ ਨਾ ਪਾਈਐ, ਗੁਰੂ ਤੋਂ ਬਿਨਾਂ ਪਰਮਾਤਮਾ ਦਾ ਮਹਿਲ ਪ੍ਰਾਪਤ ਹੀ ਨਹੀਂ ਹੁੰਦਾ। ਨਾਮ ਨਾ ਪ੍ਰਾਪਤ ਹੋਏ, ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਨਾਮ ਦਾ ਦਾਤਾ ਤੇ ਗੁਰੂ ਹੈ। ਗੁਰੂ ਗੁਰਮੰਤਰ ਦੇਵੇਗਾ, ਉਸ ਗੁਰਮੰਤਰ ਦਾ ਫਲ ਮਿਲਣਾ। ਆਪਣੇ ਆਪ ਸੁਣਿਆ ਸੁਣਾਇਆ ਪਰਮਾਤਮਾ ਦਾ ਕੋਈ ਨਾਮ ਜਪਣ ਨਾਲ ਪ੍ਰਾਪਤੀ ਨਹੀਂ ਹੁੰਦੀ ਪਰਮਾਤਮਾ ਦੀ। ਇੱਕ ਨੇ ਅੰਮ੍ਰਿਤ ਛਕਿਆ ਅਤੇ ਉਸ ਨੂੰ ਨਾਮ ਮਿਲਿਆ ਵਾਹਿਗੁਰੂ। ਇੱਕ ਨੇ ਅੰਮ੍ਰਿਤ ਨਹੀਂ ਛਕਿਆ, ਉਹ ਵੀ ਕਰ ਰਿਹਾ ਵਾਹਿਗੁਰੂ ਵਾਹਿਗੁਰੂ। ਵੀ ਪਤਾ ਹੀ ਹੈ ਜੀ, ਵੀ ਪਤਾ ਹੀ ਹੈ ਵਾਹਿਗੁਰੂ ਵਾਹਿਗੁਰੂ ਕਰਨਾ। ਵੀ ਕੀ ਲੋੜ ਹੈ ਅੰਮ੍ਰਿਤ ਛਕਣ ਦੀ, ਵਾਹਿਗੁਰੂ ਵਾਹਿਗੁਰੂ ਕਰਨਾ। ਹੁਣ ਅੰਮ੍ਰਿਤ ਧਾਰੀ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਅਤੇ ਅਣ ਅੰਮ੍ਰਿਤ ਧਾਰੀ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ। ਹੁਣ ਧਿਆਨ ਦੇਣਾ, ਇਹ ਨਹੀਂ ਕਿ ਜਿਹੜਾ ਅਣ ਅੰਮ੍ਰਿਤ ਧਾਰੀ ਹੈ ਵਾਹਿਗੁਰੂ ਵਾਹਿਗੁਰੂ ਨੂੰ ਫਲ ਨਹੀਂ ਕੋਈ ਮਿਲਣਾ। ਨੋ, ਐਂ ਸਮਝੋ ਦੋ ਕਿਸਾਨ ਨੇ, ਦੋਨਾਂ ਨੇ ਕਣਕ ਬੀਜੀ, ਦੋਨਾਂ ਦੀ ਐਨ ਪੱਕਣ 'ਤੇ ਆ ਗਈ ਹੈ। ਇੱਕ ਦੀ ਕਣਕ ਨੂੰ ਸਿੱਟੇ ਲੱਗੇ, ਇੱਕ ਦੀ ਕਣਕ ਦੇ ਉਂਝ ਹੀ ਰਹਿ ਗਏ ਬੂਟੇ। ਉਹ ਜਿਹੜੇ ਬੂਟੇ ਰਹਿ ਗਏ ਪੱਠੇ ਪਾਉਣ ਦੇ ਕੰਮ 'ਤੇ ਆਉਣਗੇ, ਉਹਨੂੰ ਫਲ ਨਹੀਂ ਲੱਗੇਗਾ। ਐਂ ਹੀ ਸਮਝੋ, ਜਿਹੜਾ ਜਿਹਨੂੰ ਸਿਮਰਨ ਨਾਮ ਮਿਲਿਆ ਹੋਇਆ ਉਹ ਨਾਮ ਜਪੇਗਾ, ਉਹਦੀ ਫਸਲ ਨੂੰ ਸਿੱਟੇ ਲੱਗ ਜਾਣਗੇ, ਬੱਲੀਆਂ ਲੱਗ ਜਾਣਗੀਆਂ। ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹਨੇ ਨਾਮ ਜਪਿਆ, ਉਹਨੂੰ ਸਿੱਟੇ ਨਹੀਂ ਲੱਗਣਗੇ, ਆਪ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ। ਹੋਰ ਤਾਂ ਫਾਇਦੇ ਹੋ ਜਾਣਗੇ। ਛੋਟਿਆਂ ਦੇ ਦੇਖਿਆ, ਜਿਹੜਾ ਹੈ ਕਣਕ ਜਦੋਂ ਅੱਜ ਲੱਗਦੇ ਕੱਚੇ ਸਿੱਟੇ ਜਿਹੇ ਹੁੰਦੇ ਸੀ, ਪੱਕੇ ਨਹੀਂ ਹੁੰਦੇ, ਉਹਨੇ ਬੜਾ ਦੁੱਧ ਹੁੰਦਾ, ਉਹ ਕੁਤਰ ਕੇ ਮੱਝਾਂ ਨੂੰ ਪਾਉਂਦੇ ਹੁੰਦੇ ਹਨ। ਮੱਝਾਂ ਦਾ ਦੁੱਧ ਵਾਜਿਆ ਕਰਦਾ ਸੀ ਉਹਦੇ ਨਾਲ। ਇਹੋ ਜਿਹਾ ਫਾਇਦਾ ਤਾਂ ਹੋਊਗਾ, ਪ੍ਰਾਪਤੀ ਨਹੀਂ ਹੁੰਦੀ। ਤਾਂ ਇਸ ਲਈ ਨਾਮ ਗੁਰੂ ਤੋਂ ਮਿਲਦਾ। ਬਿਨ ਗੁਰ ਮਹਿਲ ਨਾ ਪਾਈਐ, ਨਾਮ ਨਾ ਪ੍ਰਾਪਤ ਹੋਏ। ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਣਾ, ਅਤੇ ਨਾਮ ਤੋਂ ਬਿਨਾਂ ਪਰਮਾਤਮਾ ਦਾ ਮਹਿਲ ਸੱਚਖੰਡ ਪ੍ਰਾਪਤ ਨਹੀਂ ਹੋਣਾ। ਇਸ ਲਈ ਕਹਿੰਦੇ, ਐਸਾ ਸਤਿਗੁਰ ਲੋੜ ਲਹੋ। ਇਹੋ ਜਿਹਾ ਗੁਰੂ ਲੱਭ ਲਓ, ਜਿਸ ਤੋਂ ਪਾਈਐ ਸੱਚ ਸੋਏ, ਜਿਸ ਤੋਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ। ਸੱਚ ਪਰਮਾਤਮਾ, ਜਿਸ ਤੋਂ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ, ਇਹੋ ਜਿਹੇ ਕਿਤੇ ਗੁਰੂ ਲੱਭ ਲਓ। ਉਹ ਫਿਰ ਕੀ ਕਰੇਗਾ ਜਦੋਂ ਨਾਮ ਜਪਾਂਗੇ? ਅਸੁਰ ਸੰਘਾਰਾ। ਸੁਰ ਹੁੰਦਾ ਦੇਵਤੇ, ਅਸੁਰ ਹੁੰਦਾ ਰਾਖਸ਼। ਸੁਰ ਦਾ ਵਿਰੋਧੀ ਸ਼ਬਦ ਹੈ ਅਸੁਰ। ਸੰਘਾਰ ਹਿੰਦੀ ਦਾ ਸ਼ਬਦ ਹੈ ਮਾਰਨਾ। ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਸਾਡੇ ਅੰਦਰੋਂ ਰਾਖਸ਼ ਮਾਰਦੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜਿਹੜੀਆਂ ਬੁਰਾਈਆਂ ਨੇ, ਇਹ ਰਾਖਸ਼ ਨੇ। ਸਾਡੇ ਅੰਦਰੋਂ ਪਰਮਾਤਮਾ ਦੇ ਨਾਮ ਨੇ ਰਾਖਸ਼ ਮਾਰ ਦੇਣੇ ਹਨ। ਸੁਖ ਵਸੈ, ਫਿਰ ਬੰਦਾ ਸੁਖੀ ਵਸਦਾ ਹੈ। ਜੋ ਤਿਸ ਭਾਵੈ ਸੋ ਹੋਏ। ਫਿਰ ਜੋ ਪਰਮਾਤਮਾ ਨੂੰ ਭਾਉਂਦਾ, ਮੈਨੂੰ ਕਹਿੰਦਾ ਹੋਣ ਦਿਓ। ਜੋ ਪਰਮਾਤਮਾ ਨੂੰ ਚੰਗਾ ਲੱਗਦਾ, ਹੋਣ ਦਿਓ। ਉਹ ਉਹਦੇ ਕੰਮ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਰਦਾ। ਜਿਹਾ ਸਤਿਗੁਰ ਕਰ ਜਾਣਿਆ, ਤੇਹੋ ਜਿਹਾ ਸੁਖ ਹੋਏ। ਇਹ ਸਹਿਸਾ ਮੂਲੇ ਨਹੀਂ। ਇਹੋ ਨਹੀਂ ਪੜ੍ਹਨਾ। ਸਹਿਸਾ ਫਿਕਰ, ਇਹ ਪੁਲਿੰਗ ਹੈ।
ਅਤੇ ਇੱਕ ਵਚਨ ਹੈ, ਇਸ ਲਈ ਹਾਹੇ ਨੂੰ ਔਂਕੜ ਲੱਗਾ। ਹਾਹੇ ਨੂੰ ਔਂਕੜ ਅਰਥ ਦਿੰਦਾ, ਉਚਾਰਨ 'ਚ ਨਹੀਂ ਆਉਂਦਾ। ਜਿਵੇਂ ਨਾਨਕ ਦੇ 3 ਸਰੂਪ ਨੇ, ਨੰਨੇ ਨੂੰ ਕੰਨਾ ਨੰਨਾ ਕੱਕਾ, ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਔਂਕੜ, ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਸਿਹਾਰੀ, ਪਰ ਤਿੰਨਾਂ ਦਾ ਉਚਾਰਨ ਨਾਨਕ ਹੈ। ਪਰ ਔਂਕੜ ਤੋਂ ਬਿਨਾਂ ਨਾਨਕ ਦਾ ਹੋਰ ਅਰਥ ਹੈ, ਸਿਹਾਰੀ ਨਾਲ ਹੋਰ ਅਰਥ ਹੈ, ਔਂਕੜ ਦੇ ਨਾਲ ਹੋਰ ਅਰਥ ਹੈ। ਇਸੇ ਤਰ੍ਹਾਂ ਹੀ ਇਹ ਜਿਹੜਾ ਇਹ ਹੈ, ਇਹ ਦੱਸ ਰਿਹਾ ਕਿ ਇਹਦੋਂ ਅੱਗੇ ਜਿਹੜਾ ਸ਼ਬਦ ਆ ਰਿਹਾ ਉਹ ਇੱਕ ਵਚਨ ਅਤੇ ਪੁਲਿੰਗ ਹੈ, ਇਸ ਲਈ ਹਾਹੇ ਨੂੰ ਔਂਕੜ ਲੱਗਾ। ਇਹ ਸਹਿੰਸਾ ਮੂਲੇ ਨਹੀਂ, ਭਾਉ ਲਾਏ ਜਨ ਕੋਏ, ਨਾਨਕ ਏਕ ਜੋਤ ਦੋਏ ਮੂਰਤੀ, ਸ਼ਬਦ ਮਿਲਾਵਾ ਹੋਏ। ਜਿਹਾ ਸਤਿਗੁਰ ਕਰ ਜਾਣਿਆ ਇਹੋ ਜਿਹਾ ਸੁਖ ਹੋਏ। ਜਿਹੋ ਜਿਹਾ ਗੁਰੂ ਨੂੰ ਤੁਸੀਂ ਸਮਝੋਗੇ, ਉਹੋ ਜਿਹਾ ਤੁਹਾਨੂੰ ਫਲ ਮਿਲੇਗਾ। ਤੁਸੀਂ ਗੁਰੂ ਨੂੰ ਕੀ ਸਮਝੇ? ਇੱਕ ਵਾਰੀ ਬਾਬਾ ਬੁੱਢਾ ਜੀ ਹੋਰ ਗੁਰਮੁਖ ਪਿਆਰੇ ਬੈਠੇ ਨੇ, ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ, ਇੱਕ ਨੂੰ ਕਹਿੰਦੇ, ਭਾਈ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਿਆ? ਕਹੇ ਜੇ ਬਹੁਤ ਵੱਡੇ ਸੰਤ ਸਨ। ਕਹਿੰਦੇ ਤੂੰ ਭਾਈ ਸੰਤ ਹੋਇਆ। ਦੂਜੇ, ਤੂੰ ਗੁਰੂ ਨਾਨਕ ਨੂੰ ਕੀ ਸਮਝਿਆ? ਉਹਨੇ ਕਹਤਾ ਉਹ ਬਹੁਤ ਵੱਡੇ ਸਾਧੂ ਸਨ ਜੀ। ਕਹੇ ਚੱਲ ਤੂੰ ਸਾਧੂ ਹੋਇਆ। ਬਾਬਾ ਬੁੱਢੇ ਨੇ ਕਹਿੰਦੇ ਤੁਸੀਂ ਗੁਰੂ ਨਾਨਕ ਦੇ ਕੀ ਸਮਝਿਆ? ਕਹਿੰਦੇ ਉਹ ਬ੍ਰਹਮ ਗਿਆਨੀ ਸਨ। ਕਹਿੰਦੇ ਬਾਬਾ ਜੀ ਤੁਸੀਂ ਬ੍ਰਹਮ ਗਿਆਨੀ ਹੋਏ। ਐਂ ਕਰੀ ਗਏ। ਬਾਬਾ ਬੁੱਢਾ ਜੀ ਦੂਜੇ ਕਹਿੰਦੇ ਜੀ ਗੁਰੂ ਅੰਗਦ ਦੇਵ ਗਏ, ਤੁਸੀਂ ਗੁਰੂ ਨਾਨਕ ਨੂੰ ਕੀ ਸਮਝਿਆ? ਕਹਿੰਦੇ ਅਸੀਂ ਉਹਨੂੰ ਰੱਬ ਸਮਝਿਆ। ਕਹਿੰਦੇ ਇਸੇ ਲਈ ਤੁਸੀਂ ਗੁਰੂ ਬਣ ਗਏ। ਜੋ ਮਨੁੱਖ ਗੁਰੂ ਨੂੰ ਸਮਝਦਾ ਉਹਦੇ ਅਨੁਸਾਰ ਹੀ ਗੱਲ ਬਣਦੀ ਹੈ। ਵੀ ਕੀ ਸਮਝਦਾ ਗੁਰੂ ਨੂੰ? ਜਿਹੋ ਜਿਹੀ ਭਾਵਨਾ ਹੁੰਦੀ ਹੈ ਉਹੇ ਜਿਹਾ ਜਾ ਕੇ ਮਨੁੱਖ ਨੂੰ ਫਲ ਮਿਲਦਾ ਹੈ। ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ। ਜਿਹੋ ਜਿਹਾ ਗੁਰੂ ਨੂੰ ਕੋਈ ਸਮਝਦਾ ਹੈ ਉਹੋ ਜਿਹਾ ਨੂੰ ਸੁਖ ਮਿਲਦਾ ਹੈ। ਇਹ ਸਹਿੰਸਾ ਮੂਲੇ ਨਹੀਂ, ਇਹ 'ਚ ਬਿਲਕੁਲ ਵੀ ਸ਼ੱਕ ਨਹੀਂ ਹੈ। ਸਹਿੰਸਾ, ਸੰਸਾ, ਸ਼ੱਕ, ਮੂਲੇ ਬਿਲਕੁਲ ਵੀ, ਇਸ ਗੱਲ 'ਚ ਬਿਲਕੁਲ ਵੀ ਸ਼ੰਕਾ ਨਹੀਂ। ਭਾਵ ਲਾਏ ਜਨ ਕੋਏ, ਕੋਈ ਵਿਅਕਤੀ ਵੀ ਗੁਰੂ ਨੂੰ ਪਿਆਰ ਕਰਕੇ ਵੇਖ ਸਕਦਾ, ਗੁਰੂ ਨੂੰ ਪਿਆਰ ਕਰਕੇ ਵੇਖ ਸਕਦਾ, ਇਹ 'ਚ ਕੋਈ ਸ਼ੰਕਾ ਨਹੀਂ। ਜਿਹੋ ਜਿਹਾ ਤੁਸੀਂ ਗੁਰੂ ਨੂੰ ਸਮਝੋਗੇ ਉਹੋ ਜਿਹਾ ਤੁਹਾਨੂੰ ਫਲ ਮਿਲਦਾ ਹੈ। ਕਈਆਂ ਨੂੰ ਦਿਓ ਪਾਠ, ਵੀ ਆ ਪਾਠ ਕਰੋ ਤੁਹਾਡੀ ਸਮੱਸਿਆ ਹੱਲ ਹੋ ਜਾਏ। ਅੱਛਾ, ਸਮੱਸਿਆ ਹੱਲ ਹੋ ਜਾਏਗੀ? ਮੈਂ ਹੁਣ ਤੁਹਾਨੂੰ ਮੈਂ ਡਾਕਟਰ ਨੂੰ ਕਦੇ ਕਿਹਾ ਜੇ ਡਾਕਟਰ ਦਵਾਈ ਲਿਖ ਦੇ ਜੀ ਮੈਂ ਠੀਕ ਹੋ ਜਾਵਾਂਗੀ? ਹੁਣ ਡਾਕਟਰ ਨੇ ਦਵਾਈ ਕਾਹਦੇ ਲਿਖ ਕੇ ਦਿੱਤੀ ਹੈ? ਤੁਹਾਨੂੰ ਠੀਕ ਕਰਨ ਲਿਖੀ ਹੈ ਨਾ ਕਿ ਬਿਮਾਰ ਕਰਨ ਤਾਂ ਦਿੱਤੀ ਹੈ। ਪਹਿਲੇ ਹੀ ਗਰੰਟੀ ਭਾਲਦੇ ਨੇ। ਮੁੰਡਾ ਬਾਹਰ ਚਲਿਆ ਜਾਏਗਾ ਜੀ, ਮੈਂ ਹਾਂ ਜੀ ਚਲਿਆ ਜਾਏਗਾ ਪਰ ਆ ਪਾਠ ਕਰੋ। ਜੇ ਚਲੇ ਹੀ ਜਾਏਗਾ ਜੀ ਫਿਰ ਪਾਠ ਦੀ ਕੀ ਲੋੜ ਹੈ? ਧਿਆਨ ਦੇਣਾ। ਫਲਾਣਾ ਸਿੰਘ ਬਾਹਰ ਚਲਿਆ ਜਾਏਗਾ ਜੀ, ਮੈਂ ਹੁਕਮ ਨਾ ਮੰਨ, ਹਾਂ ਮੈਂ ਚਲਿਆ ਜਾਏਗਾ ਜੀ, ਨਾਲ ਆ ਪਾਠ ਕਰੋ। ਕਹੇ ਜੇ ਚਲੇ ਹੀ ਜਾਏਗਾ ਜੀ ਫਿਰ ਪਾਠ ਦੀ ਕੀ ਲੋੜ ਹੈ? ਮੈਂ ਇਹ ਕਿਹਾ ਚਲਿਆ ਜਾਏਗਾ, ਇਹ ਨਹੀਂ ਕਿਹਾ 2 ਮਿੰਟ ਜਾਊ 4 ਮਿੰਟ ਜਾਊ, ਉਸ 10 ਸਾਲਾਂ ਨੂੰ ਜਾਵੇ। ਮੈਂ ਹੀ ਕਿਹਾ ਚਲਿਆ ਜਾਊ, ਛੇਤੀ ਚਾਹੀਦਾ ਪਾਠ ਕਰ ਲਓ, ਫਿਰ ਚੁੱਪ ਕਰ ਜਾਣਗੇ। ਦੇਖੋ ਕਿੱਥੋਂ ਤੱਕ ਵੀ ਪਾਠ ਨਾ ਕਰਨਾ ਪਵੇ। ਜੇ ਚਲੇ ਹੀ ਜਾਏਗਾ ਜੀ ਫਿਰ ਪਾਠ ਕਰਨ ਦੀ ਕੀ ਲੋੜ ਹੈ? ਮੈਂ ਹਾਂ ਚਲਿਆ ਜਾਏਗਾ, ਲਿਖਾ ਲਓ ਮੇਰੇ ਤੋਂ, ਪਰ ਮੈਂ ਇਹ ਨਹੀਂ ਕਿਹਾ ਮਹੀਨੇ ਨੂੰ ਚਲੇ 2 ਮਹੀਨੇ ਚਲੇ, ਹੋ ਸਕਦਾ 10 ਸਾਲਾਂ ਨੂੰ ਜਾਵੇ। ਜੇ ਤੁਸੀਂ ਕਹਿੰਦੇ ਛੇਤੀ ਚਲੇ ਜਾਏ ਫਿਰ ਪਾਠ ਕਰੋ, ਫਿਰ ਲੱਗ ਜਾਏ ਕਰਨਾ। ਲੋਕ ਤਾਂ ਚਾਹੁੰਦੇ ਸਾਨੂੰ ਅਸ਼ਟਾਮ ਪੇਪਰ 'ਤੇ ਕੋਈ ਲਿਖ ਕੇ ਦੇ ਦੇ। ਕਰਨਾ ਕੁਛ ਨਹੀਂ ਹੈ। ਕਿਸੇ ਨੂੰ ਕਹੋ ਤੁਸੀਂ ਹਰ ਵਕਤ ਨਾਮ ਜਪਿਆ ਕਰ, ਫਿਰ ਸਾਡੇ ਕੰਮ ਕੌਣ ਕਰੇਗਾ ਜੀ? ਮੈਂ ਤੂੰ ਜਿਹਦਾ ਨਾਮ ਜਪੂਗਾ ਉਹ ਕਰੂਗਾ। ਵਿਸ਼ਵਾਸ ਨਹੀਂ ਆ ਰਿਹਾ, ਐਂ ਵੀ ਹੋ ਸਕਦਾ।
ਗੁਰੂ ਦੀ ਗੱਲ 'ਤੇ ਵਿਸ਼ਵਾਸ ਹੀ ਨਹੀਂ ਸਿੱਖ ਨੂੰ ਆ ਰਿਹਾ ਵੀ ਇਹ ਕਿਵੇਂ ਹੋ ਸਕਦਾ ਜੀ। ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹੀ ਰੱਬ ਸਾਡੇ ਕੰਮ ਕਰੇਗਾ। ਨਾ ਵਿਸ਼ਵਾਸ ਹੋਣ ਕਰਕੇ ਉਹ ਕਰਦੇ ਨਹੀਂ, ਕਿਉਂਕਿ ਕਰਦੇ ਨਹੀਂ ਫਿਰ ਚੰਗਾ ਵੀ ਆਪਣੇ ਕੰਮ ਆਪ ਕਰੀ ਜਾ, ਫਿਰ ਆ ਕਰੀਏ। ਵਿਸ਼ਵਾਸ ਹੀ ਨਹੀਂ ਬਾਣੀ ਤੇ ਆ ਰਿਹਾ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਥ। ਰੋਜ਼ ਪੜ੍ਹਨ ਦੇ ਬਾਵਜੂਦ ਵੀ ਲੋਕਾਂ ਨੂੰ ਵਿਸ਼ਵਾਸ ਨਹੀਂ ਗੱਲ ਤੇ ਆ ਰਿਹਾ। ਕਦੇ ਕਿਸੇ ਅੱਗੇ ਸਿਫਾਰਿਸ਼ ਲਾਉਂਦੇ ਨੇ, ਕਦੇ ਕਿਸੇ ਅੱਗੇ ਲਾਉਂਦੇ ਮੇਰੇ ਕੰਮ ਹੋ ਜਾਏ। ਬਾਣੀ ਕੇ ਤੁਸੀਂ ਨਾਮ ਜਪੀਏ ਤਾਂ ਆਪੇ ਕੰਮ ਹੋ ਜਾਊਗਾ। ਸਬੱਬ ਪਰਮਾਤਮਾ ਨੇ ਬਣਾਉਣਾ ਹੁੰਦਾ। ਸੰਤ ਸੁਖਦੇਵ ਸਿੰਘ ਜੀ ਕੋਲ ਮੈਂ ਬੈਠਾ, ਬੜੇ ਸਾਲਾਂ ਦੀ ਗੱਲ ਹੈ। ਨਾਭੇ ਦਾ ਮਿਨਿਸਟਰ ਸੀ, ਉਹ ਆਇਆ। ਮਹਾਂਪੁਰ ਕਹਿੰਦਾ ਜੀ ਬਾਬਾ ਜੀ ਕੋਈ ਸੇਵਾ ਹੋਵੇ ਦੱਸਿਓ। ਕਹਿੰਦੇ ਭਾਈ ਜਿਹੜਾ ਹੈ ਕਿਹੜਾ ਮੋੜ ਰੋਟੀ ਦੇ ਪੁਲ ਤੋਂ ਲੈ ਕੇ ਡੇਰੇ ਤੱਕ ਸੜਕ ਬਣਾ ਦੇ। ਮੈਂ ਹਰ ਐਤਵਾਰ ਨੂੰ ਜਾਂਦਾ ਹੁੰਦਾ ਸੀ ਮਿਲਣ। ਅਗਲੇ ਐਤਵਾਰ ਜੋ ਗਿਆ, ਮਸ਼ੀਨਾਂ ਲੱਗੀਆਂ, ਧੜਾ ਧੜ ਸੜਕ ਬਣ ਰਹੀ ਹੈ। ਮਹਾਂਪੁਰਖਾਂ ਨੇ ਕੋਈ ਸਿਫਾਰਿਸ਼ ਨਹੀਂ ਲਾਈ, ਕੋਈ ਬੰਦਾ ਨਹੀਂ ਲੱਭਿਆ ਵੀ ਮਿਨਿਸਟਰ ਨੂੰ ਜਾ ਕੇ ਕਹੀਏ, ਅਗਲੇ ਆਪ ਆ ਗਏ। ਇਹ ਨਾਮ ਹੈ, ਇਹ ਨਾਮ 'ਚ ਇੰਨੀ ਤਾਕਤ ਹੈ, ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ ਹੈ। ਤਾਂ ਹੀ ਮਰਦਾਨਾ ਜੀ ਨੇ ਉੱਥੇ ਕਿਹਾ ਸੀ, ਪਟਨੇ ਦੀ ਰਾਜ 'ਤੇ ਨਾ ਪਟਨੇ, ਕਿ ਬਾਬਾ ਜੀ ਤੁਸੀਂ ਇੰਨਾ ਕਹਿੰਦੇ ਹੋ ਨਾਮ ਜਪੋ ਨਾਮ ਜਪੋ, ਇਹ ਨਾਮ ਕਿਉਂ ਨਹੀਂ ਜਪਦੇ ਲੋਕ? ਕਹਿੰਦੇ ਮਰਦਾਨਾ ਜੀ ਇਹਨਾਂ ਨੂੰ ਨਾਮ ਦੀ ਮਹਿਮਾ ਦਾ ਹੀ ਨਹੀਂ ਪਤਾ, ਮਹਿਮਾ ਦਾ ਨਹੀਂ ਪਤਾ, ਇਸ ਲਈ ਜਪਦੇ ਨਹੀਂ। ਬਾਣੀ ਪੜ੍ਹਨ ਵਾਲੇ ਨੂੰ ਤਾਂ ਪਤਾ ਲੱਗ ਜਾਣਾ ਚਾਹੀਦਾ, ਥਾਂ ਥਾਂ 'ਤੇ ਲਿਖਿਆ ਹੋਇਆ ਹੈ। ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ। ਇਸ ਨਾਮ ਦੇ ਰਾਹੀਂ ਪਰਮਾਤਮਾ ਨਾਲ ਮੇਲ ਹੋ ਜਾਏਗਾ। ਜੀਵ ਆਤਮਾ ਅਤੇ ਪਰਮਾਤਮਾ ਆਪਸ 'ਚ ਮਿਲ ਜਾਣਗੇ, ਏਕ ਜੋਤ ਹੋ ਜਾਏਗੀ। ਮੂਰਤੀ ਤਾਂ ਦੋ ਹੀ ਰਹਿਣੀ, ਇੱਕ ਅਸੀਂ ਰਹਿਣੇ ਕਿ ਪਰਮਾਤਮਾ ਨੇ ਰਹਿਣਾ। ਸਰੀਰ ਤਾਂ ਦੋ ਹੀ ਰਹਿਣੇ ਨੇ, ਦੋਨਾਂ ਦਾ ਆਤਮਾ ਇੱਕ ਹੋ ਜਾਣੀ ਹੈ। ਤਾਂ ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਪਤੀ ਪਤਨੀ ਅਸਲ 'ਚ ਉਹ ਨੇ ਜਿਹਨੇ ਇੱਕ ਜੋਤ ਹੋਣ, ਦੋਨਾਂ ਦਾ ਇੱਕੋ ਜਿਹਾ ਸੁਭਾਅ ਹੋਵੇ। ਦੇਖਣ ਨੂੰ ਠੀਕ ਹੈ ਸਰੀਰ ਅੱਡ ਅੱਡ ਨੇ, ਜਦੋਂ ਇੱਕੋ ਜਿਹਾ ਸੁਭਾਅ ਹੋਵੇਗਾ ਕਦੇ ਅਸਲ 'ਚ ਉਹ ਨੇ ਪਤੀ ਪਤਨੀ। ਅਤੇ ਆਮ ਕਹਾਵਤ ਹੈ, ਜੋੜੀਆਂ ਜਗ ਥੋੜ੍ਹੀਆਂ ਨਰੜ ਬਥੇਰੇ। ਮੈਂ ਭਰਾ ਨੂੰ ਕਿਹਾ ਇਹ ਨਰੜ ਕੀ ਹੁੰਦਾ? ਕਦੇ ਕੋਈ ਨਹੀਂ, ਕਦੇ ਵਿਖਾ ਦਾਂਗਾ। ਕੁਦਰਤ ਇੱਕ ਦਿਨ ਜਾ ਰਹੇ ਹਨ, ਹਲ, ਇੱਕ ਬੰਦਾ ਹਲ ਵਾਰੇ, ਸੱਜੇ ਪਾਸੇ ਊਠ ਹੈ, ਖੱਬੇ ਪਾਸੇ ਬਲਦ ਹੈ, ਵਿੱਚ ਪੰਜਾਲੀ ਪਾਈ ਹੋਈ ਹੈ। ਇੱਕ ਉੱਚਾ ਇੱਕ ਨੀਵਾਂ। ਕਹਿੰਦੇ ਇਹ ਨੇ ਨਰੜ। ਜਾਂ ਤਾਂ ਦੋਨੋਂ ਊਠ ਹੁੰਦੇ ਜਾਂ ਦੋਨੋਂ ਬਲਦ ਹੁੰਦੇ, ਇੱਕ ਊਠ ਹੈ ਇੱਕ ਬਲਦ ਜੁੜਿਆ ਹੋਇਆ। ਮੈਂ ਹਾਂ ਗੱਲ ਆ ਗਈ ਸਮਝ ਹੁਣ। ਸੋ ਸ਼ਬਦ ਦੇ ਰਾਹੀਂ, ਇਸ ਨਾਮ ਦੇ ਰਾਹੀਂ ਸਾਡੀ ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ। ਸ਼੍ਰੀ ਰਾਗ ਮਹਿਲਾ ਤੀਜਾ। ਅੰਮ੍ਰਿਤ ਛੋੜ ਬਿਖਿਆ ਲੋਭਾਣੇ, ਸੇਵਾ ਕਰਹਿ ਵਿਡਾਣੀ। ਆਪਣਾ ਧਰਮ ਗਵਾਵੇਂ, ਬੂਝੈ ਨਾਹੀਂ ਅਨਦਿਨ ਦੁੱਖ ਵਿਹਾਣੀ। ਮਨਮੁਖ ਅੰਧ ਨਾ ਚੇਤ ਹੀ ਆਹਨ ਪਿਆਰੀ ਬਿੰਦੀ। ਕਿਉਂਕਿ ਜਿਹੜਾ ਮਨਮੁਖ ਸ਼ਬਦ ਹੈ ਬਹੁਵਚਨ। ਜੇ ਖੱਖੇ ਨੂੰ ਔਂਕੜ ਹੁੰਦਾ ਫਿਰ ਮਨਮੁਖ ਇੱਕ ਵਚਨ ਹੋ ਜਾਣਾ ਸੀ। ਫਿਰ ਆਪਾਂ ਪੜ੍ਹਦੇ ਮਨਮੁਖ ਅੰਧ ਨਾ ਚੇਤ ਹੀ। ਹੁਣ ਮਨਮੁਖ ਬਹੁਵਚਨ ਹੈ, ਇਸ ਲਈ ਕਿਰਿਆ ਵੀ ਬਹੁਵਚਨ ਆਵੇਗੀ। ਮਨਮੁਖ ਅੰਧ ਨਾ ਚੇਤ ਹੀ, ਡੂਬ ਮੂਏ ਬਿਨ ਪਾਣੀ। ਅੰਮ੍ਰਿਤ ਛੋੜ ਵਿਖਿਆ ਲੋਭਾਣੇ। ਇਹ ਜਿਹੜੇ ਮਨੁੱਖ ਨੇ, ਇਹ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਜਿਹੜੇ ਮਾਇਆ ਰੂਪੀ ਵਿਖਿਆ 'ਚ ਲੱਗੇ ਹੋਏ ਨੇ। ਇਹ ਮਾਇਆ ਦੇ ਲਾਲ ਲੋਭਾਣੇ, ਮਾਇਆ ਦੇ ਲਾਲਚ 'ਚ ਲੱਗੇ ਹੋਏ ਨੇ। ਇਹਨੇ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਦਿੱਤਾ ਹੈ।
ਸੇਵਾ ਕਰੈ ਵਡਾਣੀ, ਵਡਾਣੀ ਦੇ ਬੇਗਾਨਿਆਂ ਦੀ, ਇਸ ਮਾਇਆ ਦੀ ਖਾਤਰ ਫਿਰ ਬੇਗਾਨਿਆਂ ਦੀ ਸੇਵਾ ਕਰਦੇ ਨੇ, ਧਿਰ ਦੇ ਅੱਗੇ ਹੱਥ ਅੜਦੇ ਫਿਰਦੇ ਨੇ। ਗੁਰੂ ਮਹਾਰਾਜ ਤਾਂ ਚਾਹੁੰਦੇ ਸਨ ਮੇਰਾ ਸਿੱਖ ਦਾਤਾ ਹੋਵੇ, ਸਿੱਖ ਮੰਗਤਾ ਬਣਦਾ ਜਾ ਰਿਹਾ ਦਿਨੋਂ ਦਿਨ। ਗੁਰੂ ਜੀ ਨੇ ਸਾਨੂੰ ਕਿਹਾ ਸੀ ਮੇਰਾ ਸਿੱਖ ਦਾਤਾ ਹੋ ਜਾਏਗਾ, ਪਰ ਸਿੱਖ ਨੂੰ ਸੋਝੀ ਹੀ ਨਹੀਂ ਹੈ ਕਿ ਮੈਂ ਦਾਤਾ ਹਾਂ। ਜਿਵੇਂ ਬਹੁਤੇ ਲੋਕ ਨੌਕਰ ਹੋਣਾ ਚਾਹੁੰਦੇ ਨੇ, ਮਾਲਕ ਨਹੀਂ ਹੋਣਾ ਚਾਹੁੰਦੇ। ਦੇਖੋ ਹੈਰਾਨੀ ਦੀ ਗੱਲ ਹੈ। ਉਹ ਕਮਲਿਓ ਤੁਸੀਂ ਮਾਲਕ ਹੋ ਜਾਓ। ਮਾਲਕ ਅਤੇ ਨੌਕਰ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਮਾਲਕ ਮਾਲਕ ਹੀ ਹੁੰਦਾ, ਨੌਕਰ ਨੌਕਰੀ ਦਾ। ਚਾਹੇ ਨੌਕਰ ਨੂੰ ਲੱਖ ਰੁਪਏ ਮਹੀਨਾ ਤਨਖਾਹ ਦੇ ਦਿਓ, ਹੈ ਤੇ ਨੌਕਰ। ਜੋ ਮਾਲਕ ਹੈਗਾ ਉਹਨੂੰ ਮੰਨਣਾ ਪੈਣਾ, ਨਹੀਂ ਤਾਂ ਛੁੱਟੀ ਹੋ ਜਾਣੀ। ਨੌਕਰ ਰੱਖਿਆ ਮਾਲ ਮੀਂਹ ਪੈ ਰਿਹਾ ਪਰ ਮਾਲਕ ਦਾ ਮੁੰਡੂ ਹਾਲੇ ਪੈਸੇ ਚੱਲ ਠੇਕੇ 'ਤੇ ਜਾ, ਬੋਤਲ ਲੈ ਕੇ ਆ, ਆਉਂਦਿਆਂ ਮੀਟ ਵੀ ਫਲਾਣਾ ਮੱਛੀ ਫੜੀ ਐਵੇਂ, ਆ ਪਕੌੜੇ ਵੀ ਲਈਏ, ਉਹ ਮੀਂਹ 'ਚ ਜਾ ਰਿਹਾ ਹੈ। ਨੌਕਰ ਹੈ ਨਾ, ਨੌਕਰ। ਇੱਕ ਕੋਲੇ ਰੇਹੜੀ ਕਿਰਾਏ 'ਤੇ ਹੈ, ਇੱਕ ਕੋਲੇ ਰੇਹੜੀ ਆਪਣੀ ਹੈ। ਧਿਆਨ ਦੇਣਾ, ਜਿਹਦੇ ਕੋਲੇ ਕਿਰਾਏ 'ਤੇ ਰੇਹੜੀ ਹੈ ਉਹ ਮੀਂਹ ਕਣੀ 'ਚ ਵੀ ਫਿਰੀ ਜਾਵੇਗਾ, ਕਿਉਂ ਮਾਲਕ ਨੇ ਕਹਿਣਾ ਵੀ ਤੂੰ ਵਿਲ ਅੰਦਰ ਕੇ ਬੈਠ। ਜਿਹਦੀ ਆਪਣੀ ਰੇਹੜੀ ਕੜੀਆਂ ਪੈਂਦੀਆਂ, ਚੁੱਪ ਕਰਕੇ ਅੰਦਰ ਖੜੀ ਕਰ ਲਏਗਾ, ਵੀ ਜੋ ਕੜੀਆਂ ਹਟਣਗੀਆਂ ਉਦੋਂ ਫਿਰ ਆਪੇ ਤੋਰ ਲਾਂਗੇ। ਪਰ ਨਹੀਂ, ਇਹ ਮਨੁੱਖ ਜਿਹੜਾ ਹੈ ਇਹ ਮਾਲਕ ਬਣਨ ਨੂੰ ਤਿਆਰ ਨਹੀਂ, ਇਹ ਨੌਕਰੀ ਕਰਕੇ ਰਾਜੀ। ਅਤੇ ਨੌਕਰ ਤਾਂ ਫਿਰ ਨੌਕਰ ਹੀ ਹੁੰਦੇ ਨੇ, ਚਾਹੇ ਸਰਕਾਰੀ ਹੋਣ ਅਤੇ ਚਾਹੇ ਪ੍ਰਾਈਵੇਟ ਹੋਣ, ਕਿਉਂਕਿ ਅੰਦਰ ਨਾ ਸੋਝੀ ਹੈ। ਸੋਝੀ ਹੋਵੇ ਤਾਂ ਫਿਰ ਸ਼ੌਕ ਹੋਵੇਗਾ, ਸ਼ੌਕ ਹੋਵੇਗਾ ਫਿਰ ਹੀ ਇੱਧਰਲੇ ਪਾਸੇ ਲੱਗੇਗਾ ਨਾ। ਹੁਣ ਤਾਂ ਸਰਕਾਰ ਨੇ ਕਰਜ਼ਿਆਂ ਦੀਆਂ ਹੋਰ ਕੀ ਸਬਸਿਡੀਆਂ ਦੀਆਂ ਸਹੂਲਤਾਂ ਹੀ ਬੜੀਆਂ ਦਿੱਤੀਆਂ ਹੋਈਆਂ ਨੇ, ਆਪ ਮਾਲਕ ਹੋ ਜਾਓ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਸੇਵਾ ਕਰੈ ਵਡਾਣੀ, ਬਗਾਨਿਆਂ ਦੀ ਸੇਵਾ ਕਰਦੇ ਫਿਰਦੇ। ਆਪਣਾ ਧਰਮ ਗਵਾਵੇਂ, ਆਪਣਾ ਫਰਜ਼ ਗਵਾ ਲੈਂਦੇ ਨਾ। ਜੋ ਫਰਜ਼ ਸੀ ਉਹਨੂੰ ਕਰਦੇ ਨਹੀਂ ਹੈਗੇ। ਸਾਡਾ ਫਰਜ਼ ਕੀ ਹੈ? ਨਾਮ ਜਪਣਾ, ਉਹ ਜਪਦੇ ਨਹੀਂ ਹੈਗੇ। ਬੂਝੇ ਨਹੀਂ ਕਿ ਉਹਨਾਂ ਨੂੰ ਸੋਝੀ ਨਹੀਂ ਹੈ, ਉਹਨਾਂ ਨੂੰ ਸੋਝੀ ਨਹੀਂ, ਆਪਣਾ ਧਰਮ ਹੀ ਗਵਾ ਲੈਂਦੇ ਹਨ। ਅਣਦਿਨ ਦੁੱਖ ਵਿਹਾਣੀ, ਇਸ ਲਈ ਫਿਰ ਦਿਨ ਰਾਤ ਦੁੱਖ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਬੀਤਦੇ। ਵਿਹਾਣਾ ਹੁੰਦਾ ਬੀਤਣਾ, ਦੁੱਖ ਦੇ ਵਿੱਚ ਹੀ ਦਿਨ ਰਾਤ ਉਹਨਾਂ ਦਾ ਜੀਵਨ ਬਤੀਤ ਹੁੰਦਾ ਹੈ। ਮਨਮੁਖ ਅੰਧ ਨਾ ਚੇਤਹੀਨ, ਜਿਹੜੇ ਮਨਮੁਖ ਨੇ ਅੰਧ, ਇਹ ਅਗਿਆਨੀ ਨੇ, ਇਹ ਪਰਮਾਤਮਾ ਨੂੰ ਯਾਦ ਨਹੀਂ ਕਰਦੇ। ਡੂਬ ਮੂਏ ਬਿਨ ਪਾਣੀ, ਇਹਨਾਂ ਦੀ ਹਾਲਤ ਉਹ ਹੈ ਕਿ ਪਾਣੀ ਤੋਂ ਬਿਨ ਡੁੱਬ ਮਰਨਾ। ਉਹ ਕਹਿੰਦੇ ਜਾ ਚੱਪਣੀ 'ਚ ਨੱਕ ਡੁਬੋ ਕੇ ਮਰ ਜਾ। ਹਾਲਾਂਕਿ ਚੱਪਣੀ 'ਚ ਨੱਕ ਡੁਬੋ ਕੇ ਨਹੀਂ ਮਰਿਆ ਜਾ, ਭਾਵ ਵੀ ਜਿਹੜਾ ਹੈ ਇਹ ਵਿਅਰਥ ਹੈ, ਬੰਦਾ ਨਖਿੱਧ ਆਦਮੀ ਉਹਨੂੰ ਕਹਿੰਦਾ। ਸੋ ਪਾਣੀ ਤੋਂ ਬਿਨਾਂ ਹੀ ਕਹਿੰਦੇ ਡੁੱਬ ਮਰਨਾ। ਕਿਉਂ? ਨਾਮ ਜਪਦੇ ਨਹੀਂ ਹੈਗੇ, ਦੁਖੀ ਫਰੀ ਜਾਂਦੇ ਨੇ। ਹੁਣ ਦੁਖੀ ਕਿਉਂ ਨੇ? ਸੋਚਣਾ ਤੇ ਹੈ, ਦੁਖੀ ਕਿਉਂ ਨੇ? ਉਹਨਾਂ ਨੇ ਜੋ ਪਿਛਲੇ ਜਨਮ 'ਚ ਕਰਮ ਕੀਤੇ, ਉਹ ਦੁੱਖ ਰੂਪ ਹੋ ਗਏ ਉਹਨਾਂ ਦੇ। ਜੇ ਨਾਮ ਜਪ ਲੈਣ ਤਾਂ ਉਹ ਕਰਮ ਘਟ ਜਾਣ ਅਤੇ ਉਹ ਸੁਖੀ ਹੋ ਜਾਣ। ਨਾਮ ਉਹ ਜਪਦੇ ਨਹੀਂ, ਕਰਮ ਘਟਦੇ ਨਹੀਂ, ਇਸ ਲਈ ਦੁੱਖ ਭੋਗਦੇ ਰਹਿੰਦੇ ਨੇ ਬਸ। ਪੰਡਤਾਂ ਕੋਲੇ ਚਲੋ, ਉਹ ਵੀ ਕਹਿੰਦੇ ਤੁਹਾਡੇ 'ਤੇ ਗ੍ਰਹਿ ਹੈ ਜੀ, ਤੁਹਾਡੇ 'ਤੇ ਕੀਤਾ ਗ੍ਰਹਿ ਜੀ। ਹਾਂ, ਮੇਰੇ ਕੋਲ ਵੀ ਆਉਂਦੇ ਨੇ। ਉਹ ਆਪਣੇ ਤਰੀਕੇ ਨਾਲ ਗ੍ਰਹਿ ਦੂਰ ਕਰਦੇ ਨੇ, ਅਸੀਂ ਆਪਣੇ ਤਰੀਕੇ ਨਾਲ ਕਰਦੇ ਹਾਂ। ਵੀ ਆ ਬਾਣੀ ਪੜ੍ਹ, ਫਿਰ ਤੇਰਾ ਗ੍ਰਹਿ ਦੂਰ ਹੋਏਗਾ, ਫਿਰ ਤੇਰੀ ਜਾ ਕੇ ਲਾਈ ਨਿਕਲੀ ਰਹੇਗੀ। ਨਿੱਕਾਂ ਨੂੰ ਭਟਕੀ ਜਾਂਦੇ।
ਹੁਣ ਬਾਣੀ ਪੜ੍ਹਦੇ ਨਹੀਂ, ਨਾਮ ਜਪਣਾ ਨਹੀਂ, ਗ੍ਰਹਿ ਉਸ ਤਰ੍ਹਾਂ ਖੜੇ ਨੇ। ਨਾਮ ਬਾਣੀ ਤੋਂ ਬਿਨਾਂ ਅੱਜ ਤੱਕ ਕਿਸੇ ਦੀ ਕਿਸਮਤ ਨਹੀਂ ਬਦਲੀ। ਮਨੁੱਖ ਸੋਚਦਾ ਸਰਕਾਰ ਸਾਡੀ ਕਿਸਮਤ ਬਦਲ ਦੇ। ਕਿਆ ਮੂਰਖਤਾ, ਮੂਰਖਾਂ ਵਾਲੀ ਸੋਚ ਹੈ। ਸਰਕਾਰ ਨੂੰ ਤਾਂ ਆਪਣਾ ਫਿਕਰ ਪਿਆ, ਉਹ ਤਾਂ ਆਪਣੇ ਘਰ ਭਰਨ 'ਤੇ ਲੱਗੇ ਨੇ, ਸਾਡਾ ਕਿੰਨੇ ਕਰਨਾ, ਨਹੀਂ ਕਿੰਨੇ ਕਰਨਾ। ਹੁਣ ਪੰਜਾਬ ਸਰਕਾਰ ਕਹਿੰਦੀ ਮੋਦੀ ਨੂੰ ਜੱਟਾਂ ਦੀ ਮੰਨ ਲਓ ਜੀ, ਅਤੇ ਜੇ ਕਿਤੇ ਮੈਂ ਮੋਦੀ ਹੋਵੇ ਨਾ, ਮੈਂ ਕਹਿਣਾ ਪੰਜਾਬ ਸਰਕਾਰ ਨੂੰ 3.5 ਸਾਲ ਹੋ ਗਏ ਕਰਮਚਾਰੀਆਂ ਨੂੰ ਹੜਤਾਲਾਂ ਕਰਦਿਆਂ, ਮੁਜ਼ਾਹਰੇ ਕਰਦਿਆਂ, ਤੁਸੀਂ ਇਹਨਾਂ ਦੀ ਕੋਈ ਮੰਨੀ ਹੈ? ਅਤੇ ਚੁੱਪ ਕਰਕੇ ਤੋੜ ਦੇਣੇ ਸਨ। ਤੁਸੀਂ ਆਪਣਿਆਂ ਦੀ ਤਾਂ ਮੰਨਦੇ ਨਹੀਂ, ਮੈਨੂੰ ਕਹਿੰਦੇ ਫਲਾਣੇ ਦੀ ਮੰਨ ਲਓ ਜੀ, ਤੋੜ ਦੇਣੇ ਸੀ। ਮੈਂ ਢਿੱਲੇ ਜਿਹੇ ਕਰਕੇ ਕਰਮਚਾਰੀ ਬੈਠੇ ਨੇ ਅਤੇ ਰੋਜ਼ ਅਖਬਾਰਾਂ ਪੜ੍ਹਦੇ ਹੋ, ਕੋਈ ਮਹਿਲ ਘੇਰ ਰਿਹਾ, ਕੋਈ ਹੜਤਾਲ ਕਰ ਰਿਹਾ, ਕੋਈ ਵਿਚਾਰਾ ਮੁਜ਼ਾਹਰੇ ਕਰ ਰਿਹਾ। 3.5 ਸਾਲ ਹੋ ਗਏ ਮੈਨੂੰ ਇਹ ਵੇਖਦੇ ਪੰਜਾਬ 'ਚ, ਕਿਸੇ ਦੀ ਮੰਗ ਹੀ ਨਹੀਂ ਮੰਨੀ ਹੈਗੀ। ਇਸ ਲਈ ਇਹ ਵੀ ਬੈਠੇ ਰਹਿਣ ਉੱਥੇ ਬਾਰਡਰਾਂ 'ਤੇ। ਸੋ ਤਾਂ ਗੁਰੂ ਮਹਾਰਾਜ ਕਹਿੰਦੇ, ਮਨ ਰਹੇ ਸਦਾ ਭਜੋ ਹਰ ਸ਼ਰਨਾਈ, ਗੁਰ ਕਾ ਸ਼ਬਦ ਅੰਤਰ ਵਸੈ, ਤਾਂ ਹਰ ਵਿਸਰ ਨਾ ਜਾਈ। ਮਨ ਰਹੇ ਹੈ ਮਨਾ ਸਦਾ ਭਜੋ ਹਰ ਸ਼ਰਨਾਈ, ਹਰੀ ਦੀ ਸ਼ਰਨ 'ਚ ਆ ਕੇ ਸਦਾ ਪਰਮਾਤਮਾ ਦਾ ਨਾਮ ਜਪੋ। ਜਦੋਂ ਅਸੀਂ ਕਿਸੇ ਦੀ ਸ਼ਰਨ 'ਚ ਚਲੇ ਜਾਂਦੇ ਹਾਂ, ਫਿਰ ਸਾਨੂੰ ਉਹਦੀ ਗੱਲ ਮੰਨਣੀ ਪੈਂਦੀ ਹੈ। ਜੇ ਨਹੀਂ ਮੰਨਾਂਗੇ, ਉਹ ਕਿ ਭੱਜ ਇੱਥੋਂ, ਮੈਂ ਨਹੀਂ ਤੇਰੀ ਰੱਖਿਆ ਕਰਦਾ। ਸ਼ਰਨਾਰਥੀ ਦੇ ਆਪਣੇ ਕੋਈ ਵਿਚਾਰ ਨਹੀਂ ਹੁੰਦਾ, ਉਹ ਜਿਹਦੀ ਸ਼ਰਨ 'ਚ ਗਿਆ ਉਹਦੀ ਗੱਲ ਚੱਲੇਗੀ। ਜਿਵੇਂ ਗੁਲਾਮ ਹੁੰਦਾ, ਉਹਦੀ ਆਪਣੀ ਕੋਈ ਨਹੀਂ ਚੱਲਦੀ, ਮਾਲਕ ਦੀ ਚੱਲੇਗੀ। ਇਸ ਲਈ ਹੈ ਮਨਾ, ਤੂੰ ਪਰਮਾਤਮਾ ਦੀ ਸ਼ਰਨ 'ਚ ਆ ਕੇ ਸਦਾ ਨਾਮ ਜਪ। ਗੁਰ ਕਾ ਸ਼ਬਦ ਅੰਤਰ ਵਸੈ, ਜਦੋਂ ਇਹ ਗੁਰੂ ਦਾ ਸ਼ਬਦ ਹਿਰਦੇ 'ਚ ਵਸ ਜਾਏਗਾ ਨਾ, ਇਹ ਬਾਣੀ ਦਾ ਭਾਵ ਹਿਰਦੇ 'ਚ ਵਸ ਜਾਏਗਾ ਨਾ, ਤਾਂ ਹਰ ਵਿਸਰ ਨਾ ਜਾਏ। ਫਿਰ ਹਰੀ ਭੁੱਲੇਗਾ ਨਹੀਂ, ਫਿਰ ਪਰਮਾਤਮਾ ਹਮੇਸ਼ਾ ਯਾਦ ਰਹੇਗਾ। ਰਹਾਓ, ਇਹ ਸਰੀਰ ਮਾਇਆ ਕਾ ਪੁਤਲਾ, ਵਿੱਚ ਹਉਮੈ ਦੁਸ਼ਟੀ ਪਾਈ, ਆਵਣ ਜਾਣਾ ਜੰਮਣ ਮਰਨਾ, ਮਨਮੁਖ ਪਤ ਗਵਾਈ। ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਈ। ਇਹ ਸਰੀਰ ਮਾਇਆ ਕਾ ਪੁਤਲਾ। ਕਦੇ ਤੁਸੀਂ ਪੁਤਲੀਆਂ ਦਾ ਤਮਾਸ਼ਾ ਵੇਖਿਆ ਹੋਵੇ? ਆਮ ਤੌਰ 'ਤੇ ਰਾਤ ਨੂੰ ਕਈ ਵਾਰੀ ਵਿਖਾਉਂਦੇ ਨੇ। ਬੜੀ ਬਰੀਕ ਤਾਰ ਦੇ ਨਾਲ ਉਹ ਸਾਰੀਆਂ ਪੁਤਲੀਆਂ ਜੁੜੀਆਂ ਹੁੰਦੀਆਂ ਨੇ ਅਤੇ ਟੇਬਲ 'ਤੇ ਰੱਖੀਆਂ ਹੁੰਦੀਆਂ ਨੇ। ਆਮ ਲੋਕਾਂ ਨੂੰ ਦੂਰੋਂ ਤਾਰ ਨਹੀਂ ਦਿਸਦੀ, ਇੰਨੀ ਪਤਲੀ ਹੁੰਦੀ ਹੈ। ਬੰਦਾ ਦੂਰ ਬੈਠਾ, ਤਾਰ ਦਾ ਸਿਰਾ ਉਹਦੇ ਹੱਥ 'ਚ, ਉਹ ਤਾਰ ਨੂੰ ਹਿਲਾਉਂਦਾ ਰਹਿੰਦਾ ਹੈ ਅਤੇ ਉਹ ਪੁਤਲੀਆਂ ਟੱਪਦੀਆਂ ਨੇ। ਕਦੇ ਕਿਸੇ ਨੂੰ ਟਪਾਉਂਦਾ, ਕਦੇ ਕਿਸੇ ਨੂੰ ਟਪਾਉਂਦਾ। ਹੈ ਪ੍ਰਭ ਡੋਰੀ ਹੱਥ ਤੁਮਾਰੇ। ਇਹ ਮਨੁੱਖ ਪੁਤਲਾ ਹੈ। ਕਾਹਦਾ? ਮਾਇਆ ਦਾ। ਇਹ ਗੁਰੂ ਦਾ ਪੁਤਲਾ ਨਹੀਂ ਹੈ ਵੀ ਜਿਵੇਂ ਗੁਰੂ ਨਚਾਏਗਾ ਉਵੇਂ ਨੱਚੇਗਾ, ਨਾ। ਇਹ ਮਾਇਆ ਦਾ ਪੁਤਲਾ। ਇਹ ਸਰੀਰ ਮਾਇਆ ਕਾ ਪੁਤਲਾ। ਇਹ ਸਰੀਰ ਮਾਇਆ ਦਾ ਪੁਤਲਾ ਹੈ। ਵਿੱਚ ਹਉਮੈ ਦੁਸ਼ਟੀ ਪਾਈ। ਇਹਦੇ ਅੰਦਰ ਦੁਸ਼ਟ ਹਉਮੈ, ਅੰਦਰ ਇਹਦੇ ਅੰਦਰ ਹਉਮੈ ਜੋ ਕਿ ਦੁਸ਼ਟ ਹੈ। ਆਵਣ ਜਾਣਾ ਜੰਮਣ ਮਰਨਾ, ਮਨਮੁਖ ਪਤ ਗਵਾਈ। ਜਿਹੜਾ ਮਨਮੁਖ ਹੁੰਦਾ ਹੈ ਉਹ ਮਾਇਆ ਦਾ ਪੁਤਲਾ ਹੁੰਦਾ ਹੈ। ਉਹਦੇ ਅੰਦਰ ਹਉਮੈ ਹੁੰਦੀ ਹੈ, ਉਹ ਨਾਮ ਜਪਦਾ ਨਹੀਂ ਹੈ, ਉਹ ਮਨਮੁਖ ਹੈ। ਇਸ ਲਈ ਉਹ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਆਉਂਦਾ ਰਹਿੰਦਾ, ਜਾਂਦਾ ਰਹਿੰਦਾ, ਪਤ ਗਵਾਈ, ਅਤੇ ਆਪਣੀ ਇੱਜ਼ਤ ਗਵਾ ਲੈਂਦਾ। ਕਿਉਂਕਿ ਇੱਜ਼ਤ ਤੇ ਨਾਮ ਜਪਣ ਵਾਲੇ ਦੀ ਹੋਣੀ ਹੈ, ਉਹ ਜਪਦਾ ਨਹੀਂ ਹੈ। ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਈ। ਜਿਹੜੇ ਗੁਰੂ ਦੀ ਸੇਵਾ ਕਰਦੇ ਹਨ, ਗੁਰੂ ਮਹਾਰਾਜ ਦੇ ਆਖੇ ਲੱਗਦੇ ਨੇ, ਸਦਾ ਸੁਖ ਪਾਇਆ।
ਉਹਨਾਂ ਨੂੰ ਸਦਾ ਰਹਿਣ ਵਾਲੇ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋਤੀ ਜੋਤ ਮਿਲਾਈ ਅਤੇ ਉਹਨਾਂ ਦੀ ਜੋਤ ਪਰਮਾਤਮਾ ਦੀ ਜੋਤ ਨਾਲ ਮਿਲ ਜਾਂਦੀ ਹੈ। ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੇ ਸੋ ਫਲ ਪਾਏ। ਜਤ ਸਤ ਤਪ ਪਵਿੱਤ ਸਰੀਰਾ, ਹਰ ਹਰ ਮਨ ਵਸਾਏ। ਭਾਵੇਂ ਮਨ ਲਿਖਿਆ, ਇਹਨੂੰ ਪੜ੍ਹਨਾ ਮਨ। ਮਨ ਹੁੰਦਾ ਮੰਨਣਾ, ਮਨ ਹੁੰਦਾ ਮਨ ਵਿੱਚ। ਹਰ ਹਰ ਮਨ ਵਸਾਏ, ਸਦਾ ਆਨੰਦ ਰਹੇ ਦਿਨ ਰਾਤੀ। ਰਾਤੀ ਨਹੀਂ ਪੜ੍ਹਨਾ, ਰਾਤੀ ਬਹੁਵਚਨ ਹੁੰਦਾ। ਦਿਨ ਰਾਤੀ, ਦਿਨ ਰਾਤ। ਸਦਾ ਆਨੰਦ ਰਹੇ ਦਿਨ ਰਾਤੀ, ਮਿਲ ਪ੍ਰੀਤਮ ਸੁਖ ਪਾਏ। ਸਤਿਗੁਰ ਕੀ ਸੇਵਾ ਅਤ ਸੁਖਾਲੀ। ਇਹ ਸੁਖਾਲੀ ਤਾਂ ਸੌਖੀ ਨਹੀਂ ਸਮਝ ਲੈਣਾ। ਸੁਖਾਲੇ ਸੁੱਖ ਆਲਿਆ ਵਾਲੇ। ਆਲਿਆ ਹੁੰਦਾ ਘਰ, ਸੁੱਖਾਂ ਦਾ ਘਰ, ਭਾਵ ਸੁੱਖ ਦੇਣ ਵਾਲੇ। ਗੁਰੂ ਦੀ ਸੇਵਾ ਬਹੁਤ ਸੁੱਖ ਦੇਣ ਵਾਲੀ ਹੈ। ਜੋ ਇੱਛੇ ਸੋ ਫਲ ਪਾਏ। ਜੋ ਚਾਹੇਗਾ ਮਨੁੱਖ, ਉਸ ਨੂੰ ਉਸ ਗੁਰੂ ਦੀ ਸੇਵਾ ਕਰਕੇ ਉਹ ਫਲ ਮਿਲ ਜਾਏਗਾ, ਮਿਲ ਜਾਏਗਾ। ਕਿਉਂ ਸੇਵਾ ਤੇ ਇੱਕ ਦਿਨ ਗੁਰੂ ਮਾਨ ਨੇ ਪ੍ਰਸੰਨ ਹੋ ਜਾਣਾ। ਉਹਨਾਂ ਪੁੱਛਣਾ, ਬੋਲ ਭਗਤਾ ਕੀ ਚਾਹੀਦਾ? ਅਤੇ ਜੋ ਉਹਨੂੰ ਚਾਹੀਦਾ ਉਹ ਕਹਿ ਦੇਗਾ, ਉਹ ਮਿਲ ਜਾਏਗਾ, ਮਿਲ ਜਾਏਗਾ। ਕਿਉਂ ਕਿਸੇ ਦੀ ਵੀ ਤੁਸੀਂ ਸੇਵਾ ਕਰੋ, ਉਹਦਾ ਮਨ ਪ੍ਰਸੰਨ ਹੁੰਦਾ, ਉਹਦੇ ਮੂੰਹ ਅਸੀਸ ਨਿਕਲਦੀ ਹੈ। ਹੋ ਸਕਦਾ ਸਾਡੀ ਤੁਹਾਡੀ ਅਸੀਸ ਤਾਂ ਨਾ ਲੱਗੇ, ਪਰ ਗੁਰੂ ਦੀ ਤਾਂ ਲੱਗਣੀ ਲੱਗਣੀ, ਕਮਾਈ ਕੀਤੀ ਹੁੰਦੀ ਉਹਨਾਂ ਦੀ। ਜਤ ਸਤ ਤਪ ਪਵਿੱਤ ਸਰੀਰਾ, ਹਰ ਹਰ ਮਨ ਵਸਾਏ। ਜਿਹੜਾ ਹਰੀ ਨੂੰ ਮਨ 'ਚ ਵਸਾ ਕੇ ਰੱਖਦਾ ਨਾ, ਉਹਦਾ ਸਰੀਰ ਪਵਿੱਤਰ ਹੋ ਜਾਂਦਾ ਹੈ। ਹਰੀ ਦਾ ਨਾਮ ਹੀ ਸਿੱਖ ਲਈ ਜਤ ਹੈ, ਸਤ ਹੈ, ਤਪ ਹੈ। ਇਹ ਤਿੰਨੋਂ ਗੁਣ ਨਾਮ ਜਪਣ ਲਈ ਜਾਂ ਆਪਣੇ ਆਪ ਹੀ ਪੈਦਾ ਹੋ ਜਾਂਦੇ ਹਨ। ਉਹ ਉੱਚੇ ਆਚਰਨ ਵਾਲਾ ਹੋ ਜਾਂਦਾ ਹੈ, ਉਹ ਸਤਵਾਦੀ ਹੋ ਜਾਂਦਾ ਹੈ, ਉਹਦੇ ਆਪਣੇ ਆਪ 'ਤੇ ਕੰਟਰੋਲ ਹੋ ਜਾਂਦਾ ਉਸਦਾ। ਇਸ ਲਈ ਅਸੀਂ ਤਾਂ ਪਰਮਾਤਮਾ ਦੇ ਨਾਮ ਜਪੀ ਜਾਣਾ ਹੈ, ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾ ਕੇ ਰੱਖਣਾ ਹੈ। ਸਾਡਾ ਮਨ ਪਵਿੱਤਰ ਹੋ ਜਾਏਗਾ। ਮਨ ਪਵਿੱਤਰ ਹੋਣ ਨਾਲ ਸਰੀਰ ਪਵਿੱਤਰ ਹੋ ਜਾਏਗਾ। ਸਮਝੋ ਤੁਸੀਂ ਜਤ ਸਤ ਤਪ ਸਭ ਕਰ ਲਿਆ। ਜਿਵੇਂ ਸਿੱਖ ਧਰਮ 'ਚ ਤੁਸੀਂ ਪਰਮਾਤਮਾ ਦਾ ਨਾਮ ਜਪੀ ਜਾਓ, ਇਸੇ 'ਚ ਹੀ 68 ਤੀਰਥਾਂ ਦਾ ਇਸ਼ਨਾਨ ਹੈ। ਤੁਹਾਨੂੰ 68 ਤੀਰਥਾਂ 'ਤੇ ਜਾਣ ਦੀ ਲੋੜ ਨਹੀਂ। 68 ਤੀਰਥ ਤਿੰਨ ਸੰਗ ਰਹਿ, ਜੋ ਹਰ ਹਿਰਦੇ ਸਦਾ ਵਸਾਏ। ਜੋ ਹਿਰਦੇ 'ਚ ਵਸਾ ਕੇ ਰੱਖਦਾ ਪਰਮਾਤਮਾ ਨੇ, 68 ਤੀਰਥ ਉਹਦੇ ਨਾਲ ਹੀ ਰਹਿੰਦੇ ਨੇ। ਉਹਨੂੰ ਤੀਰਥਾਂ 'ਤੇ ਜਾਣ ਦੀ ਕੀ ਲੋੜ ਹੈ? ਗੁਰਦੁਆਰੇ ਮੈਂ ਤਾਂ ਜਾਵਾਂ ਜੇ ਗੁਰੂ ਗੁਰਦੁਆਰਾ ਵਿੱਚ ਮੈਂ ਇਕੱਲਾ ਹੋਵਾਂ, ਅਤੇ ਜੇ ਗੁਰੂ ਮੰਨ ਲਓ ਮੇਰੇ ਨਾਲ ਹੀ ਹੈ, ਤਾਂ ਫਿਰ ਮੈਨੂੰ ਗੁਰਦੁਆਰੇ ਜਾਣ ਦੀ ਕੀ ਲੋੜ ਹੈ? ਜਿਹਦੇ ਕੋਲ ਜਾਣਾ ਮੈਂ, ਉਹਦੇ ਕੋਲ ਹੈ, ਉਹਦੇ ਕੋਲ ਹੈ। ਜਿਹਦੇ ਕੋਲ ਹੀ 68 ਤੀਰਥ ਨੇ, ਉਹਨੂੰ ਕਿਸੇ ਤੀਰਥ 'ਤੇ ਜਾਣ ਦੀ ਕੀ ਲੋੜ ਹੈ? ਪਰਮਾਤਮਾ ਤੀਰਥਾਂ ਦਾ ਮਤਲਬ ਹੈ ਤੁਹਾਨੂੰ ਪਵਿੱਤਰ ਕਰਨਾ। ਪਵਿੱਤਰ ਹੋਣ ਲਈ ਮਨੁੱਖ ਤੀਰਥਾਂ 'ਤੇ ਜਾਂਦਾ। ਉਹ ਪਰਮਾਤਮਾ ਦੇ ਨਾਮ ਨਹੀਂ ਕਰਦੇ ਨੇ, ਬਸ ਲੋੜ ਹੀ ਨਹੀਂ ਕਿਤੇ ਜਾਣ ਦੀ, ਆਪਣੇ ਘਰ ਬੈਠੇ ਰਹੋ। ਫਿਰ ਕੀ ਹੁੰਦਾ? ਸਦਾ ਆਨੰਦ ਰਹੇ ਦਿਨ ਰਾਤੇ, ਮਿਲ ਪ੍ਰੀਤਮ ਸੁਖ ਪਾਏ। ਉਹ ਫਿਰ ਦਿਨ ਰਾਤ ਆਨੰਦ 'ਚ ਰਹਿੰਦਾ। ਕਿਉਂ? ਉਹਨੂੰ ਪਰਮਾਤਮਾ ਮਿਲ ਪੈਂਦਾ, ਉਹਨੂੰ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਸਦਾ ਹੀ ਦਿਨ ਰਾਤ ਆਨੰਦ 'ਚ ਰਹਿੰਦਾ ਹੈ। ਜੋ ਸਤਿਗੁਰ ਕੀ ਸ਼ਰਨਾਗਤੀ, ਹੋਂ ਤਿਨ ਕੈ ਬਲ ਜਾਉ। ਦਰ ਸੱਚੈ ਸੱਚੀ ਵਡਿਆਈ, ਸਹਿਜੇ ਸੱਚ ਸਮਾਓ। ਨਾਨਕ ਨਦਰੀ ਪਾਈਐ, ਗੁਰਮੁਖ ਮੇਲ ਮਿਲਾਓ। ਪਹਿਲਾ ਸੀ ਜਾਉ, ਦੂਜੇ ਨਹੀਂ, ਦੂਜੇ ਆਪਣੇ ਲਈ ਨਹੀਂ, ਪਹਿਲਾ ਆਪਣੇ ਲਈ। ਜੋ ਸਤਿਗੁਰ ਕੀ ਸ਼ਰਨਾਗਤੀ, ਜੋ ਗੁਰੂ ਦੀ ਸ਼ਰਨ 'ਚ ਆ ਗਏ ਨਾ, ਹੋਂ ਤਿਨ ਕਹਿ ਬਲ ਜਾਉ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਕਿਉਂ? ਉਹਨਾਂ ਨੂੰ ਦਰ ਸੱਚੈ, ਸੱਚੈ ਪਰਮਾਤਮਾ ਦੇ ਦਰ 'ਤੇ
ਸੱਚੀ ਵਡਿਆਈ, ਸਦਾ ਰਹਿਣ ਵਾਲੀ ਵਡਿਆਈ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਸਹਿਜੇ ਸੱਚ ਸਮਾਓ ਅਤੇ ਸਹਿਜੇ ਹੀ ਉਹ ਪ੍ਰਮਾਤਮਾ ਦੇ ਵਿੱਚ ਸਮਾ ਜਾਂਦੇ ਹਨ। ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ। ਫਿਰ ਪ੍ਰਮਾਤਮਾ ਕੀ ਕਰਦਾ? ਆਪਣੀ ਕਿਰਪਾ ਦ੍ਰਿਸ਼ਟੀ, ਨਜ਼ਰੀ ਉਹਦਾ ਕਿਰਪਾ ਦ੍ਰਿਸ਼ਟੀ, ਨਾਨਕ ਨਜ਼ਰੀ ਪਾਈਐ। ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨਾਲ ਮਿਲਦਾ ਹੈ। ਉਹ ਗੁਰਮੁਖ ਨਾਲ ਸਾਡਾ ਮੇਲ ਕਰਾਉਂਦਾ ਹੈ, ਗੁਰੂ ਨਾਲ ਸਾਡਾ ਮੇਲ ਕਰਾਉਂਦਾ ਹੈ, ਅਤੇ ਗੁਰੂ ਫਿਰ ਉਸ ਮਨੁੱਖ ਨੂੰ ਮਿਲਾਓ, ਆਪਣੇ ਪਰਮਾਤਮਾ ਨਾਲ ਮਿਲਾ ਦਿੰਦਾ। ਇਸ ਲਈ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਉਹਨੂੰ ਪਰਮਾਤਮਾ ਦੇ ਦਰ ਤੋਂ ਸਦਾ ਰਹਿਣ ਵਾਲੀ ਵਡਿਆਈ ਮਿਲਦੀ ਹੈ। ਉਹ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ ਹੈ। ਪਰਮਾਤਮਾ ਫਿਰ ਕਿਰਪਾ ਦ੍ਰਿਸ਼ਟੀ ਕਰਦਾ, ਮਨੁੱਖ ਦਾ ਮੇਲ ਗੁਰੂ ਨਾਲ, ਗੁਰਮੁਖ ਨਾਲ ਕਰਾਉਂਦਾ ਹੈ। ਫਿਰ ਗੁਰਮੁਖ ਰਾਹੀਂ ਪਰਮਾਤਮਾ ਦੇ ਨਾਲ ਇਹ ਜੀਵ ਮਿਲ ਜਾਂਦਾ ਹੈ। ਸੋ ਭਾਈ, ਇਸ ਲਈ ਜਿੰਨਾ ਸਮਾਂ ਮਿਲੇ ਵੱਧ ਤੋਂ ਵੱਧ ਨਾਮ ਜਪਣਾ, ਬਾਣੀ ਪੜ੍ਹਨੀ। ਇਹ ਤੁਹਾਡੀ ਆਪਣੀ ਰੁਚੀ ਹੈ ਮਗਰਲੇ ਜਨਮ ਦੀ। ਜਿਹੜੇ ਪਿਛਲੇ ਜਨਮ 'ਚ ਬਾਣੀ ਪੜ੍ਹਦੇ ਰਹੇ ਉਹਨਾਂ ਦੀ ਹੁਣ ਵੀ ਬਾਣੀ ਪੜ੍ਹਨ 'ਚ ਰੁਚੀ ਹੈ। ਜਿਹੜੇ ਪਿਛਲੇ ਜਨਮ ਸਿਮਰਨ ਕਰਦੇ ਰਹੇ ਉਹਨਾਂ ਦੀ ਸਿਮਰਨ 'ਚ ਰੁਚੀ ਹੈ। ਪਰਮਾਤਮਾ ਨਾਲ ਦੋਨੋਂ ਚੀਜ਼ਾਂ ਨਹੀਂ ਮਿਲਾ ਦੇਣਾ। ਤੁਹਾਡੀ ਮਰਜ਼ੀ ਬਾਣੀ ਪੜ੍ਹੀ ਜਾਓ, ਤੁਹਾਡੀ ਮਰਜ਼ੀ ਸਿਮਰਨ ਕਰੀ ਜਾਓ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਆਪਾਂ ਸ਼ੁਭ ਕਰਮ ਕਰੀਏ ਅਤੇ ਨਾਮ ਜਪੀਏ, ਲੋਕ ਸੁਖੀਏ ਪਰਲੋਕ ਸਿਲੇ ਦੀ ਅਵਸਥਾ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।